ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ। ਅੱਜ ਬਾਬਾ ਡੋਲੂ ਵਾਲਾ ਗੈਰ ਹਾਜ਼ਰ ਹੈ ਜੀ, ਕਿਉਂਕਿ ਥੋੜਾ ਜਿਹਾ ਅੱਜ ਉਹਦਾ ਮਨ ਦੁਖੀ ਆ। ਇਸ ਕਰਕੇ ਬਾਬਾ ਡੋਲੂ ਵਾਲਾ ਅੱਜ ਨਹੀਂ ਹਾਜ਼ਰ ਹੋ ਰਿਹਾ ਜੀ। ਕੀ ਕਰੀਏ, ਦੁਨੀਆਦਾਰੀ ਹੈ ਜੀ। ਕਈ ਵਾਰੀ ਕਈ ਤਰ੍ਹਾਂ ਦੇ ਮਸਲੇ ਖੜੇ ਹੋ ਜਾਂਦੇ ਆ, ਜਿਨ੍ਹਾਂ ਦੇ ਵਿੱਚ ਕਈ ਵਾਰੀ ਦੁੱਖ ਵੀ ਆ ਜਾਂਦਾ। ਇਸ ਕਰਕੇ ਅੱਜ ਬਾਬਾ ਡੋਲੂ ਵਾਲਾ ਗੈਰ ਹਾਜ਼ਰ ਹੈ। ਮੈਨੂੰ ਕਹਿੰਦਾ ਤੂੰ ਜਾਵੇ ਅੱਜ। ਮੈਂ ਕਿਹਾ ਮੈਂ ਚਲ ਜਾਣਾ ਜੀ, ਦਾਸ ਆ ਤੁਹਾਡਾ। ਇਹ ਖੁੰਡੀ ਤੇ ਡੋਲੂ ਪਿਛਲੇ ਹਫ਼ਤੇ ਉਹ ਇੱਥੇ ਛੱਡ ਗਿਆ ਸੀ। ਉਮੀਦ ਸੀ ਬੁੱਧਵਾਰ ਆਵਾਂਗੇ, ਪਰ ਚਲੋ ਕਾਰੋਬਾਰ ਦੁਬਾਰਾ ਚੱਲ ਪਿਆ ਵਾਹਿਗੁਰੂ ਦੀ ਕਿਰਪਾ ਦੇ ਨਾਲ, ਤੇ ਨਹੀਂ ਆ ਸਕੇ। ਤੇ ਅੱਜ ਮਹਾਰਾਜ ਨੇ ਜੇ ਚਾਹਿਆ ਤੇ ਵਧੀਆ ਵਧੀਆ ਗੱਲਾਂ ਕਰਾਂਗੇ, ਕਿਉਂਕਿ ਅੱਜ ਡੋਲੂ ਵਾਲੇ ਦੀ ਗੈਰ ਹਾਜ਼ਰੀ ਜਿਹੜੀ ਉਹ ਰੜਕੂਗੀ ਮੈਨੂੰ ਵੀ ਤੇ ਤੁਹਾਨੂੰ ਵੀ ਸਾਰਿਆਂ ਨੂੰ। ਪਰ ਮੈਂ ਕਿਸੇ ਖਾਸ ਮਕਸਦ ਨੂੰ ਇੱਥੇ ਲੈ ਕੇ ਅੱਜ ਹਾਜ਼ਰ ਹੋਇਆ। ਮੈਂ ਬਾਬੇ ਡੋਲੂ ਵਾਲੇ ਨੂੰ ਕਿਹਾ, ਮੈਂ ਕਿਹਾ ਬਾਬਾ ਤੂੰ ਘਰੇ ਹੀ ਬੈਠ, ਅੱਜ ਮੈਂ ਜਾਣਾ। ਕਿਉਂਕਿ ਬਾਬਾ ਅੱਜ ਕਈ ਕੁਛ ਗੱਲਾਂ ਨੂੰ ਲੈ ਕੇ ਅੰਦਰੋਂ ਅੰਦਰੀ ਦੁਖੀ ਸੀਗਾ। ਇਸ ਕਰਕੇ ਬਾਬੇ ਨੂੰ ਮੈਂ ਕਿਹਾ ਬਾਬਾ ਤੂੰ ਰਹਿਣ ਦੇ, ਜੇ ਤੇਰਾ ਮਨ ਨਹੀਂ ਖੁਸ਼ ਹੈਗਾ ਨਾ ਫਿਰ ਤੂੰ ਰਹਿਣ ਦੇ, ਤੂੰ ਨਾ ਜਾ, ਮੈਂ ਜਾਣਾ। ਤੇ ਚਲੋ ਬਾਬੇ ਨੇ ਮੇਰੀ ਬੇਨਤੀ ਪ੍ਰਵਾਨ ਕੀਤੀ ਜੀ। ਤੇ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਕਿ ਅੱਜ ਬੈਲਜੀਅਮ ਦੇ ਵਿੱਚ ਸਾਰੇ ਜਿਹੜੇ ਗੁਰੂ ਘਰ ਆ ਉਹ ਖੁੱਲ੍ਹ ਗਏ। ਸਾਰੀ ਜਗ੍ਹਾ ਸੰਗਤਾਂ ਨੇ ਜਾ ਕੇ ਮੱਥਾ ਟੇਕਿਆ। ਮੈਂ ਵੀ ਕਿਸੇ ਗੁਰੂ ਘਰ ਦੇ ਵਿੱਚ ਗਿਆ। ਪਹਿਲਾਂ ਮੈਂ ਸੋਚਿਆ ਸੀ ਕਿ ਮੈਂ ਉਸ ਗੁਰੂ ਘਰ ਦਾ ਨਾਂ ਲਵਾਂ, ਤੇ ਪਰ ਹੁਣ ਮੈਂ ਬੈਠੇ ਬੈਠੇ ਨੇ ਸੋਚਿਆ ਕਿ ਨਹੀਂ, ਮੈਂ ਨਾਂ ਨਹੀਂ ਲੈਣਾ। ਕਿਉਂਕਿ ਨਾਂ ਦੇ ਕਈ ਬੜੇ ਬੜੇ ਕਾਰਨ ਬਣ ਜਾਂਦੇ ਆ ਨਾਂ ਲੈਣ ਦੇ। ਉਹਦੇ ਵਿੱਚ ਕਈ ਵਾਰੀ ਪ੍ਰੋਬਲਮ ਪਤਾ ਕੀ ਹੈ ਜੀ, ਸਾਡੇ ਸਮਾਜ ਦੇ ਵਿੱਚ ਜਿਹੜੀ ਪ੍ਰਧਾਨਗੀਆਂ ਦੀ ਦੌੜ ਬਹੁਤ ਜ਼ਿਆਦਾ ਲੱਗੀ ਹੋਆ। ਤੇ ਮੇਰੇ ਕੋਲ ਮੈਂ ਉੱਥੋਂ ਫੋਟੋ ਵੀ ਖਿੱਚ ਕੇ ਲਿਆਂਦੀਆਂ ਸੀਗੀਆਂ, ਕਿੱਦਾਂ ਲੰਗਰ ਲੋਕ ਛਕਦੇ ਆ, ਸੰਗਤਾਂ ਕਿੱਦਾਂ ਉੱਥੇ ਬੈਠੇ ਸੀ। ਪਰ ਮੈਂ ਸੋਚਿਆ ਜੀ ਮੈਂ ਇਹ ਦਿਖਾਤੀਆਂ। ਕਈ ਵਾਰੀ ਪ੍ਰਧਾਨਗੀ ਦੌੜ ਵਾਲੇ ਦੂਜੇ ਨੂੰ ਪਿੱਠ ਲਾਉਣ ਦੀ ਖਾਤਰ ਉਹ ਫੋਟੋਆਂ ਦਾ ਗਲਤ ਇਸਤੇਮਾਲ ਕਰ ਸਕਦੇ ਆ। ਇਸ ਕਰਕੇ ਮੈਂ ਸੋਚਿਆ ਨਹੀਂ, ਇਹ ਫੋਟੋਆਂ ਜਾਂ ਮੈਂ ਨਾਂ ਨਹੀਂ ਲੈਣਾ। ਕਿਉਂਕਿ ਅੱਜ ਗੁਰੂ ਘਰ ਨਾਲ ਜਿਹੜੀ ਸਾਡਾ ਪਿਆਰ ਹੈ ਉਹ ਬਹੁਤ ਘੱਟ ਆ। ਇੱਕ ਦੂਏ ਨੂੰ ਥੱਲੇ ਸਿੱਟਣ ਨਾਲ ਬਹੁਤ ਜ਼ਿਆਦਾ ਪਿਆਰ ਹੈ। ਫਿਰ ਕਿਸੇ ਨਾ ਕਿਸੇ ਤਰੀਕੇ ਨਾਲ ਕਿਸੇ ਦੀ ਪਿੱਠ ਲਾਈ ਜਾਵੇ। ਤੇ ਹੋ ਸਕਦਾ ਉਹ ਮੈਂ ਗਲਤ ਵੀ ਹੋਵਾਂ, ਕੋਈ ਬੜੀ ਗੱਲ ਨਹੀਂ, ਪਰ ਹੋ ਸਕਦਾ ਉਹ ਸਾਨੂੰ ਫੋਟੋਆਂ ਜਿਹੜੀਆਂ ਉਹ ਕਿਸੇ ਟਾਈਮ 'ਤੇ ਜਾਂ ਇਹਨਾਂ ਦਿਨਾਂ ਦੇ ਵਿੱਚ ਉਹ ਨੁਕਸਾਨ ਕਰ ਦੇਣ। ਤੇ ਦੂਸਰੀ ਗੱਲ ਇਹ ਆ ਭਈ ਜੇ ਨਹੀਂ ਵੀ ਕੋਈ ਕਰਦਾ, ਜਿਹੜੀਆਂ ਸੋਸ਼ਲ ਮੀਡੀਆ 'ਤੇ ਜਿੰਨੀਆਂ ਵੀ ਫੋਟੋਆਂ ਸਾਡੀਆਂ ਪਾਈਆਂ ਜਾਂਦੀਆਂ, ਉਹ ਫੋਟੋਆਂ ਜਿਹੜੀਆਂ ਉਹ ਫੋਟੋਆਂ ਨੂੰ ਕਦੀ ਵੀ ਪੁਲਿਸ ਚੱਕ ਸਕਦੀ ਆ ਤੇ ਉਹਨਾਂ ਦਾ ਗਲਤ ਇਸਤੇਮਾਲ ਵੀ ਹੋ ਸਕਦਾ। ਤੇ ਇਸ ਕਰਕੇ ਮੈਂ ਕੋਸ਼ਿਸ਼ ਕਰ ਰਿਹਾ ਵੀ ਮੈਂ ਨਾ ਤਾਂ ਗੁਰੂ ਘਰ ਦਾ ਨਾਂ ਲਵਾਂ ਤੇ ਨਾ ਹੀ ਉਹ ਫੋਟੋਆਂ ਪਾਵਾਂ। ਪਰ ਮੈਨੂੰ ਉੱਥੇ ਜਾ ਕੇ ਬਹੁਤ ਦੁੱਖ ਲੱਗਾ, ਜਿਹੜੀਆਂ ਸਾਡੀਆਂ ਸੰਗਤਾਂ ਨੇ ਉਹ ਕਿੱਦਾਂ ਜਿਹੜੇ ਸਰਕਾਰ ਦੇ ਕਾਨੂੰਨ ਆ ਉਹਦੀਆਂ ਧੱਜੀਆਂ ਉਡਾਉਂਦੇ। ਅੱਜ ਮੈਨੂੰ ਦੇਖ ਕੇ ਜਾ ਕੇ ਉੱਥੇ ਸਿਰਫ ਇਹੀ ਲੱਗ ਰਿਹਾ ਸੀ ਕਿ ਅਸੀਂ ਸਿਰਫ ਤੇ ਸਿਰਫ ਲੰਗਰ ਛਕਣ ਆਉਂਦੇ ਆ, ਉਹ ਸਾਡਾ ਕੋਈ ਮਕਸਦ ਨਹੀਂ ਇੱਥੇ। ਮੈਂ ਤੁਹਾਨੂੰ ਗੱਲ ਸੁਣਾਉਣਾ, ਜਦੋਂ ਅਸੀਂ ਇੰਡੀਆ ਜਾਂਦੇ ਆ ਨਾ, ਤੇ ਮੈਂ ਇੱਥੇ ਦੀ ਡਰਾਈਵਰੀ ਸਿੱਖੀ। ਕਿਉਂਕਿ ਇੰਡੀਆ ਮੇਰੇ ਕੋਲ ਨਾ ਕੋਈ ਗੱਡੀ ਸੀ ਨਾ ਕੋਈ ਗੱਲ ਨਹੀਂ ਸੀ। ਮੈਂ ਬਹੁਤ ਗਰੀਬ ਘਰਾਣੇ ਦੇ ਵਿੱਚ ਪੈਦਾ ਹੋਇਆ ਬੰਦਾ। ਤੇ ਇੱਕ ਬੜੀ ਮੁਸ਼ਕਲ ਮੈਂ ਮੋਟਰਸਾਈਕਲ ਲਿਆ ਸੀਗਾ, ਤੇ ਉਹ ਵੀ ਮੈਨੂੰ ਬੜਾ ਮਤਲਬ ਮੁਸ਼ਕਲ ਜਿਹਾ ਕੰਮ ਸੀ ਮੇਰੇ ਵਾਸਤੇ। ਤੇ ਮੈਂ ਜਦੋਂ ਗੱਡੀ ਇੱਥੇ ਸਿੱਖੀ ਤੇ ਇੱਥੇ ਗੱਡੀ ਲਈ, ਤੇ ਮੈਂ ਜਦੋਂ ਇੰਡੀਆ ਜਾਂਦਾ ਤੇ ਮੈਂ ਆਪਣੇ ਡਰਾਈਵਰ ਨੂੰ ਕਈ ਵਾਰੀ ਕਿਹਾ, ਉਹਦਾ ਨਾਂ ਰਾਮ ਭਗਤ ਹੈ, ਰਾਮ ਭਗਤ ਗੱਡੀ ਧਿਆਨ ਨਾਲ ਚਲਾ। ਉਹ ਮੈਨੂੰ ਕਹਿੰਦਾ ਹੁੰਦਾ ਮੋਰਿਓ, ਜਦੋਂ ਵੀ ਮੈਂ ਗਰੁੱਪ ਲੈ ਕੇ ਜਾਣਾ, ਮੇਰਾ ਉੱਥੇ ਰਾਜਸਥਾਨ ਦੇ ਵਿੱਚ ਜਾਂ ਦਿੱਲੀ 'ਚ ਸਾਰਿਆਂ ਨੇ ਚਾਚੂ ਦੇ ਨਾਂ 'ਤੇ ਮੈਂ ਮਸ਼ਹੂਰ ਹਾਂ। ਮਤਲਬ ਮੈਨੂੰ ਸਾਰੇ ਉੱਥੇ ਚਾਚੂ ਦੇ ਨਾਂ 'ਤੇ ਜਾਣਦੇ ਆ।
तो वो मैनू कहना होंगे चाचू आप घबराइए मत, यहाँ तो बम्पर के साथ बम्पर लगा के गाड़ी चलाते हैं। तो उन्होंने मैं हसदा कहना मैं कहा तेरे बम्पर ने कह देना चाचू दियाँ लत्तां भांदनियां। तो वो कहूगा मैनू ना ना चाचू आप मत घबराइए, कुछ नहीं होने वाला, आप मत घबराइए। ईमानदार बंदा, सही तरीके नाल ड्राइवरी करने वाला बंदा, पर फिर भी डर लगता उत्थे दी जिहड़ी ड्राइवरी है उन्होंने देख के। तो चलो खैर हुण अज मैं देखिया संगतां साडियां नूं सारिआं नूं पता कि लॉकडाउन दे किन्ने प्रॉब्लम आईयां है ना, की मुश्किलों का सानूं सामना करना पिया, किन्ना साडे लई बंद रखिया गया, की असीं मतलब की नहीं चलिया। मैं बहुत पिछले दिनी अपने प्रीति कौर आ संतरूदन तो उन्हें स्पैशल तौर पर सारिਆਂ ਨੂੰ बेनती की भी आप इदा इदा गुरुद्वारे जाना। वो बच्ची ने देखो कितनी मेहनत करके सारिਆਂ ਨੂੰ दस्या भी आप इदा इदा करिए, इदा जाइए, इदा किसी का उतों दस्तार नहीं सजानी, 1.5 मीटर के डिस्टेंस ना बैठना। आप एक मिनट जी मेरा हजे जोड़ा चलती है नैट, तो उन्हें सारिया गल्लां दसियां भी सारिਆਂ ਨੂੰ ऑनलाइन हो के। पर जो मैं उत्थे गया तो उन्होंने विचों एक भी चीज़ जिहड़ी आ देखण नूं नहीं मिल रही सी जी। मैं कहा भी एक भी चीज़ मिल रही सी। एंट्री के उत्ते जो मैं गया एक रस्सी दे विच पेपर रोल जिहड़ा पेपर हुंदा वो पाया होया सी, और वो भी किसी ने ला के थल्ले सैट दिता सीगा। ਉਹਨੂੰ ਇੰਨਾ ਕਿ ਗਿੱਲਾ ਸੀ ਉਹ मैं ਤੁਹਾਨੂੰ दस नहीं सकता। ਉਹ ਤੋਂ ਬਾਅਦ ਫਿਰ ਕੀ ਸੀ, ਤੌਲੀਆ ਟੰਗਿਆ ਸੀ ਉੱਤੇ, ਹੱਦ ਤੋਂ ਵੱਧ ਗਿੱਲਾ ਤੌਲੀਆ ਸੀਗਾ। ਦੇਖ ਕੇ ਮਾੜਾ ਜਿਹਾ ਦੱਸਿਓ ਜੀ ਮੈਨੂੰ ਕਿ ਮੇਰਾ ਨੈਟ ਮੇਰਾ ਚੱਲ ਪਿਆ ਜੀ ਕਿ ਨਹੀਂ। वो इन्ना गंदा जिहड़ा टावल से उत्ते तौलिया जिहनूं असीं कहने टंगिया सीगा, मतलब तुहानूं मैं दस नहीं सकदा इन्नी उहदी कंडीशन बुरी सी। ते मतलब उत्थे संगतां अंदर इदां खड़ियां सी जिद्दां मैं किद्दां दस्सां तुहानूं, मैनूं शर्म आउंदी आप दसदे नूं। और यही सारे गुरु घरां दे विच जिथे तक मैं सोचदा ये सारा कुछ सारे गुरु घरां दे विच मेरे हिसाब नाल इदां ही होया। कौन कौन हाजिर हुए जी, मैं पहला चैक कर लवां, मैनूं पता नहीं। हाँ जी सत श्री अकाल भैन जी कुलविंदर कौर जी, रवि कौर जी सत श्री अकाल, सारिਆਂ ਨੂੰ बहुत बहुत मेरे वालों सत श्री अकाल जी। तुसीं सारे जने अपना टाइम कढ के बिल्कुल मैं इस गल नाल तुहाडी नाल बिल्कुल सहमत हाँ जी। असीं समझ नहीं सकते, पर पता की गल आ, कुछ अज मैनूं ये दुख हो रहा गल करदे नूं। मैं नहीं सी चाहुंदा भी अज मैं एक बहरूपे वांगू दूसरे कपड़े पा के ये गल्लां करां, क्योंकि ये गल्लां जिहड़ियां उत्थे मैं देखियां मैनूं उन्हां ने बहुत ठेस पहुंचाई। जिहड़ा असीं वो करदे हां वो एक तरीका साडा पढ़ाउण दा मेरा, जां ये समझ लो भी मैं एक इस रूप दे विच बण के आउणा तां कि सारे जणे आपां जुड़े रहीए। पर अज ये चीज़ नूं लैके मैनूं बहुत दुख लगा। उत्थे एक भी मैं गुरुद्वारे का नाम नहीं लेना, एक भी गुरुद्वारे दे विच जिहड़ा संगत दा कोई भी बंदा जां लेडीज जां बच्चा किसी ने भी मास्कर नहीं सी पाया। कोई भी 1.5 मीटर के फासले की गल छड्डो, तुसीं 1 फुट का भी फासला नहीं सी। ते लंगर नूं इदां जिद्दां मैं तुहानूं दस्सिया ना पंजाब च इंडिया दे विच गड्डी चलाउंदे बंपर नाल बंपर ला के, इदां असीं गोडे नाल गोडा ला के उत्थे लंगर चल रहा सी। और उस गुरु घर का लंगर खाना जिहड़ा लंगर जिथे वरताया जांदा बहुत छोटा है। कि सिर्फ असीं एक लंगर खाण लई जांदे उत्थे, जे एक दिन उत्थे नहीं लंगर छकिया जाता तो मैनूं नहीं लगता कोई एडी दिक्कत आ जाती। सत श्री अकाल भैन जी प्रीतो जी, सत श्री अकाल जी। हाँ चलो ठीक है, मैनूं ये सी कैमरा मेरा सही चलता कि नहीं। तो मैं दस गल कर रहा जी जिहड़ी अज गुरु घरां दी जिहड़ी मैं पोजीशन देखी है। फिर पता एक होर जिहड़ी अज नवीं गल आ मैं देखी, बच्चे कीर्तन करदे आ। एक दो गुरु घरां ने अज ऑनलाइन होके भी वो सानूं दिखाया। पर तुहानूं इस गल का पता भी 80% जुर्माने जिहड़े होए बेल्जियम दे विच फेसबुक राही हो गए।
क्योंकि बच्चे जिहड़े कीर्तन करते हैं, की तुसीं उन्हां दे विच 1.5 मीटर का फासला रखिया? एक गल मैं क्लीयर कर दिना, भावें अज मैनू शायद कुछ लोग गालां कड्ढणगे, चाहे मैनू माड़ा चंगा बोलणगे, हो सकदा गलत कमेंट भी करन, किन्हां लोकां नूं असीं फेसबुक ते ऑनलाइन होकर दिखा सकते हैं? ਜਿਹੜੇ घरों उठ के गुरुद्वारे नहीं जा सकते, वो रजाई चों निकल के कित्थों साडा फेसबुक ते कीर्तन सुणनगे जी? मैनूं यकीन नहीं इस गल दा। जिहड़ा बंदा उठ के गुरु घर लई जाण नूं तैयार नहीं, उठण नूं तैयार नहीं, वो तो फिर उही गल होई। पिछे जे मैं वो एक वीडियो देखदा सीगा टिकटॉक ते बनाई हुई, ਉਹਦੇ ਵਿੱਚ ਉਹ ਕਹਿੰਦਾ ਇਹ ਸੱਚੇ ਮਾਤਾ जे मेरी बिजली बंद हो जाए तो मैं तेरे नंगे पैरी आऊँ। वो रब ना करे बिजली बंद हो गई। जो बिजली बंद हो गई तो नाल दे ने कहा यार तू एडी सुख ले। वो कहता माता नूं पता ही आ, माता नूं पता ही है जिहड़ा उठ के बिजली नहीं बंद कर सकदा मेरे नंगे पैरी कित्थों आऊ? किहनूं असीं दिखाउणा चाहुंदे हां? उन्होंने जिहड़े उठ नहीं सकते, जिन्हां दे अंदर गुरु का चाह आ, वो गुरु घर आपे आ जाने, सानूं दिखाउण की लोड़ नहीं। अज मैं देखिया वीडियो ऑनलाइन हुई जिन्हां दे विच बिल्कुल बच्चे जुड़ के बैठे आ। जिस गुरु घर मैं जाके आया, तुसीं यकीन करो मैं पूरी इस स्कीम नाल गया सी कि अज पहली बार साडे गुरु घर खुल रहा है, मैं जाके उत्थे वीडियो बनाऊँगा, वीडियो बना के मैं PTC ते चलाऊँगा, मैं संगतां वालों कुछ लऊँगा विचारां कि तुसीं अज किद्दां महसूस कर रहे हैं। जो उत्थे दा मैं माहौल देखा तो मेरा जी नहीं कीता, इन्ना मन नूं दुख लगा किद्दां संगतां उत्थे बैठियां। और ये नहीं गल जे हाल दे विच जगह नहीं, हाल अजकल गुरुद्वारे इन्ने क बन गए, एक अद्धा ही गुरुद्वारा दो गुरुद्वारे होणगे जिथे बेहिसाब संगत है, नहीं तो संगत वंड बहुत हो गई है। कोई जाता के नाम से वंड हो गई है, कोई किसी तरीके के नाल वंड हो गई है। मतलब मेरे कहने का भी जगह बहुत आ, कोई जगह की कमी नहीं सी उत्थे। जे अद्धा अद्धा भी मीटर भी बह जाते तां भी कोई दिक्कत नहीं सी आनी, सारा कुछ ठीक हो जाना सीगा। हेलो मेरा बैल लगदा कर रहा तो मैनूं लगदा शायद बंद हो जाए। हेलो ते चल रहा नहीं, देखियो माड़ा जिहा डॉग नहीं देख रहा। हेलो चल रहा जी, चल रहा, ठीक है जी, ठीक है, सही है। की करे कल्ला का मुश्किल हो जाता है। बहुत मेहरबानी जी, चल रहा लग गया पता मैं। हाँ तो जो इधरों बत्ती जग पैंदी तो ऑनलाइन होना की मैंने पता लग जाता। तो वो मैनू इन्ना दुख लगा, मैं सोचता सी अज संगतां तो मैं व्यू लऊँगा भी तुसीं अज इन्ने दिनों बाद तकरीबन 3 महीने 13 मार्च नूं लॉकडाउन होया सी, अज 14 जून, जिहदे विच असीं कई गुरपुरब लंघ गया, साडे विसाखी मनाउणी सी वो लंघ गई, घल्लू घरा मनाउणा सी वो लंघ गया है ना। असीं अपने घरां दे विच पाठ कीते, घरां दे विच भोग पाए, बच्चों ने कीर्तन कीते, जिन्ना मेरे तो हो सकिया मैं वो दिखाउण दी कोशिश की भी बच्चे देखो घरां दे विच अज घल्लू घरा मना रहे, अज विसाखी मना रहे। चलो साइड ते गल्लां है, मतलब मेरे कहण दा भी अज साडे जे इहदा मैनूं इस गल दा कोई दुख नहीं, संगतां इकट्ठियां बैठियां सी। देखो जिन बीमार होना ना उन घर बैठे भी हो जाना, उहदे विच असीं कुछ नहीं कर सकते, इकट्ठे होइए जां इहदा रब राखा साडा सारिआं दा, रब चाहे तो असीं तंदुरुस्त आ, जे वो नहीं चाहुंदा असीं बीमार आ, ये उहदे ते आ। मसला सिर्फ ये नहीं मेरे कहण दा, मेरे कहण दा मसला की आ भी उत्थे जिद्दां असीं एक दूए नाल जुड़ के बैठे सी, कोई रब ना करे अपने आप नूं प्रधान बनने वाला, दूजे की पैठ लाउण वाला जां कोई होर थर्ड परसन पुलिस नूं फोन कर देवे, पुलिस ने की करना पता? मेरी गल बहुत अज दुख वालियां होणीआं, सब नूं हो सकदा प्रॉब्लम होवे, जिहड़े लीडर है अपने आप नूं उन्हां नूं भी हो सकदा इस गल की तकलीफ लगे। की होना सी पहला पुलिस ने काम की करना सी, उन्होंने जिहड़े इत्थे दे नामी TV स्टेशन है ना, BTM, VRT जां ब्रसर वाले जां लोकल चैनल आ,
ਉਹਨਾਂ ਨੂੰ ਫੋਨ ਕਰਨਾ ਸੀ। ਉਹਨਾਂ ਨੂੰ ਫੋਨ ਕਰਨ ਤੋਂ ਬਾਅਦ ਉਹਨਾਂ ਨੇ ਉਹ ਮੀਡੀਆ ਨਾਲ ਲੈ ਕੇ ਆਉਣਾ ਸੀ, ਔਰ ਉਹ ਮੀਡੀਆ ਜਦੋਂ ਨਾਲ ਆਉਣਾ ਨਾ, ਉਹਦਾ ਮਤਲਬ ਸਿਰਫ ਇਹੀ ਆ ਕਿ ਤੁਹਾਡਾ ਉਹਨਾਂ ਨੇ ਕਿੰਨਾ ਜਲੂਸ ਕੱਢਣਾ ਖਬਰਾਂ ਦੇ ਵਿੱਚ, ਤੁਸੀਂ ਸ਼ਾਇਦ ਨਹੀਂ ਇਸ ਗੱਲ ਦਾ ਅੰਦਾਜ਼ਾ ਲਾ ਸਕਦੇ। ਇਸ ਕਰਕੇ ਜਿਹੜੀ ਗਲਤੀ ਅਸੀਂ ਕਰ ਰਹੇ ਹਾਂ, ਇਹ ਸਭ ਤੋਂ ਵੱਡੀ ਗਲਤੀ ਆ। ਅਸੀਂ ਆਪਣੇ ਆਪ ਨੂੰ ਬਚਾਉਣਾ, ਅਸੀਂ ਆਪਣੇ ਸਿੱਖ ਧਰਮ ਦੀ ਇੱਜ਼ਤ ਨੂੰ ਕਾਇਮ ਕਰਨਾ, ਨਾ ਕਿ ਫੁਕਰੀਆਂ ਮਾਰਨੀਆਂ। ਇਹ ਕੋਈ ਅਕਲਮੰਦੀ ਨਹੀਂ ਹੈਗੀ। ਇਹ ਨਾ ਹੋਵੇ ਤੁਹਾਡਾ ਫੇਸਬੁੱਕ ਤੇ ਚਲਾਇਆ ਪ੍ਰੋਗਰਾਮ ਜਿਹੜਾ ਉਹ ਕੱਲ ਨੂੰ ਸਾਡੇ ਰੀੜ੍ਹ ਦੀ ਗਲ ਦੀ ਹੱਡੀ ਬਣ ਜਾਵੇ, ਗਲਤ ਹੋ ਜਾਊਗਾ। ਫਿਰ ਮੈਂ ਉੱਥੇ ਜਿੱਥੇ ਸੀ ਮੈਂ ਗਿਆ, ਮੈਂ ਨਾਂ ਨਹੀਂ ਲੈਣਾ, ਮੈਂ ਗਿਆਨੀ ਜੀ ਨੂੰ ਕਿਹਾ, ਮੈਂ ਕਿਹਾ ਗਿਆਨੀ ਜੀ ਦੇਖੋ 3 ਬੱਚੇ ਤੁਸੀਂ ਕੀਰਤਨ ਤੇ ਬਿਠਾਏ ਆ, ਜੇ ਇਹਨਾਂ ਦੇ ਵਿੱਚੋਂ ਇੱਕ ਘੱਟ ਕਰ ਦਿਓ, ਚਲੋ ਮੈਨੂੰ ਨਹੀਂ ਪਤਾ, ਇਹ ਮਰਿਆਦਾ ਜੀ, ਹੋ ਸਕਦਾ ਤਿੰਨੇ ਜ਼ਰੂਰੀ ਹੋਣ, ਪਰ ਉਹਨਾਂ ਦੇ ਵਿੱਚ ਹੁਣ ਤੁਸੀਂ ਯਕੀਨ ਕਰਿਓ ਬੈਲਜੀਅਮ ਦੇ ਵਿੱਚ ਸਿਨੇਮਾ ਹਾਲ ਚੱਲਣੇ ਆ। ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਸੈਂਟਰ 'ਚ ਪਲਾਸਟਿਕਾਂ ਲਾਤੀਆਂ, ਪਲਾਸਟਿਕ ਦੀਆਂ ਕੰਧਾਂ ਜਿਹੀਆਂ ਬਣਾਤੀਆਂ। ਉਹਦੇ ਨਾਲ ਕੀ ਆ, ਜਿਹੜਾ ਤੁਹਾਡਾ ਇੱਧਰ ਬੰਦਾ ਮੂੰਹ ਕਰਕੇ ਗੱਲ ਕਰਦਾ ਉਹ ਤੁਹਾਡੇ ਨਾਲ ਗੱਲ ਤਾਂ ਕਰ ਸਕਦਾ, ਪਰ ਤੁਹਾਡੀ ਜਿਹੜੀ ਮੂੰਹ ਦਾ ਥੁੱਕ ਆ ਜਾਂ ਜੋ ਵੀ ਅਸੀਂ ਸਾਹ ਲੈਂਦੇ ਆ ਉਹ ਤੁਹਾਨੂੰ ਪੇਸ਼ ਨਹੀਂ ਕਰ ਸਕਦਾ, ਸਪਾਂਸਰ ਨਹੀਂ ਕਰ ਸਕਦਾ, ਡੋਨੇਟ ਨਹੀਂ ਕਰ ਸਕਦਾ। ਬਚਾਉਣਾ ਰੱਬ ਨੇ ਹੁੰਦਾ, ਪਰ ਕਾਨੂੰਨੀ। ਫਿਰ ਮੈਂ ਕਿਹਾ ਜੇ ਤੁਹਾਨੂੰ ਜ਼ਰੂਰੀ ਆ ਤਿੰਨੇ ਬੱਚੇ ਬੈਠਣੇ ਆ, ਹੋ ਸਕਦਾ ਮੈਂ ਇਸ ਗੱਲ ਦੇ ਵਿੱਚ ਨਾ ਜਾਣਕਾਰੀ ਰੱਖ ਦੇਵਾਂ ਕਿ ਕੀਰਤਨ ਤਿੰਨਾਂ ਤੋਂ ਸਿਵਾ ਕਰੇ ਹੀ ਕੋਈ ਨਹੀਂ ਸਕਦਾ। ਮੰਨ ਲਈ ਮੈਂ ਗੱਲ, ਮੇਰੀ ਗਲਤੀ ਹੈ, ਮੈਂ 2 ਕਹਾਂ ਮੇਰੇ ਲਈ ਬਹੁਤ ਬੜੀ ਗਲਤੀ ਹੈ, ਕਿਉਂਕਿ ਮੈਂ ਜਾਣਦਾ ਨਹੀਂ। ਪਰ ਮੈਂ ਇਹ ਤਾਂ ਜਾਣਦਾ ਨਾ ਵੀ ਉਹਨਾਂ ਦੇ ਦਰਮਿਆਨ ਅਸੀਂ ਕੋਈ ਚੀਜ਼ ਕਰ ਸਕਦੇ ਹਾਂ। ਪਲਾਸਟਿਕ ਦਾ ਪੇਪਰ ਲਾ ਸਕਦੇ ਹਾਂ, ਆਮ ਮਿਲ ਜਾਂਦਾ ਲੱਖ ਰੁਪਏ ਦਾ। ਫਿਰ ਸਭ ਤੋਂ ਬੜੀ ਜਿਹੜੀ ਦੁੱਖ ਦੀ ਗੱਲ ਲੱਗੀ ਮੈਨੂੰ, ਉੱਥੇ ਕੋਈ ਵੀ ਅੱਜ ਜ਼ਿੰਮੇਵਾਰ ਕਮੇਟੀ ਦਾ ਮੈਂਬਰ ਹਾਜ਼ਰ ਨਹੀਂ ਸੀ। ਬਾਹਰ ਗਿੱਲੇ ਤੌਲੀਏ, ਰੱਬ ਨਾ ਕਰੇ ਕਿਸੇ ਤਰੀਕੇ ਨਾਲ ਉੱਥੇ ਪੁਲਿਸ ਆ ਜਾਂਦੀ ਮੀਡੀਆ ਨੂੰ ਲੈ ਕੇ, ਉਹਨਾਂ ਨੇ ਸਾਡੇ ਤੌਲੀਏ ਏਦਾਂ ਚੱਕ ਚੱਕ ਦਿਖਾਉਣੇ ਆ ਏਦਾਂ। ਕੀ ਤੁਸੀਂ ਸਮਝਦੇ ਇਹ ਬਹੁਤ ਅਕਲਮੰਦੀ ਦੀ ਗੱਲ ਆ? ਦੱਸੋ। ਜਿਹੜੇ ਉੱਥੇ ਗਏ ਆ ਉਹਨਾਂ ਦੇ ਨਾਲ ਮੈਂ ਉੱਥੇ ਗੱਲ ਕੀਤੀ, ਖਾਸ ਮੇਰੇ ਬਹੁਤ ਨਜ਼ਦੀਕੀ ਬੰਦੇ, ਮੈਂ ਨਾਂ ਨਹੀਂ ਲੈਣਾ ਬਸ, ਕਿਉਂਕਿ ਉਹ ਗੁਰੂ ਘਰ ਲਈ ਬਹੁਤ ਮੁਸ਼ਕਲ ਗੱਲ ਬਣ ਜਾਣੀ ਹੈ। ਮੈਂ ਨਾਂ ਨਹੀਂ ਲੈਣਾ, ਮੇਰੀ ਮਜਬੂਰੀ ਆ, ਠੀਕ ਆ। ਮੈਂ ਇਸ ਕਰਕੇ ਨਾਂ ਨਹੀਂ ਲੈਣਾ ਕਿਉਂਕਿ ਇੱਕ ਗੁਰੂ ਘਰ ਤੇ ਅਟੈਕ ਵਾਲੀ ਗੱਲ ਬਣ ਜਾਂਦੀ। ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ, ਜੇ ਤੁਸੀਂ ਕੀਰਤਨ 3 ਬੱਚਿਆਂ ਤੋਂ 3 ਜਣਿਆਂ ਨੇ ਕਰਨਾ, ਜੇ ਬੱਚਿਆਂ ਤੋਂ ਨਹੀਂ ਜਾਂ ਬੜਿਆਂ ਨੇ ਵੀ ਕਰਨਾ, ਤੇ ਉਹਦਾ ਕੋਈ ਰੀਜਨ ਬਣਾਓ। ਤੁਸੀਂ ਹਰਿਮੰਦਰ ਸਾਹਿਬ ਦੇਖੋ, ਡੇਲੀ ਤੁਸੀਂ ਦੇਖਦੇ ਹੋਵੋਗੇ ਕੀਰਤਨ ਦਰਬਾਰ ਹਰਿਮੰਦਰ ਸਾਹਿਬ ਤੋਂ ਜਿਹੜਾ ਰਿਲੇ ਹੁੰਦਾ PTC ਦੇ, ਉਹਨਾਂ ਦੇ ਵਿੱਚ ਵੀ ਵਕਫੇ ਪਾਤੇ ਗਏ ਆ। ਜੇ ਤੁਹਾਡੇ ਕੋਲ ਇੱਥੇ ਜਗ੍ਹਾ ਥੋੜੀ ਆ, ਵਕਫਾ ਨਹੀਂ ਬਣਾ ਸਕਦੇ, ਤੁਸੀਂ ਗੱਬੇ ਬਣਾ ਲਿਓ, ਤਾਂ ਕਿ ਜੇ ਕੋਈ ਬੰਦਾ ਚੈੱਕ ਕਰਨ ਵਾਲਾ, ਹੁਣ ਆਮ ਦੁਕਾਨਾਂ ਸਾਡੀਆਂ ਜਿਹੜੀਆਂ ਸਿਵਲ ਵਰਦੀ ਦੇ ਵਿੱਚ ਪੁਲਿਸ ਵਾਲੇ ਚੈੱਕ ਕਰਦੇ ਆ। ਮੈਂ ਆਪਣੀ ਗੱਲ ਦੱਸਦਾ, ਮੇਰੀ ਦੁਕਾਨ ਤੇ ਮਾਵਾਂ ਧੀਆਂ ਇੱਕ ਸੋਫੇ ਤੇ ਬੈਠੀਆਂ ਸੀ, ਪੁਲਿਸ ਵਾਲੇ ਬਾਹਰੋਂ ਨਾ ਕਦੇ ਅੰਦਰ ਆ ਗਏ। ਉਹ ਕਹਿੰਦੇ ਵੀ ਤੁਸੀਂ ਇੱਕ ਸੋਫਾ ਕਿਉਂ, ਜਦੋਂ ਤੁਹਾਨੂੰ ਪਤਾ ਵੀ ਮਨੀਰ ਨੇ ਇੱਕ ਉੱਧਰ ਰੱਖਿਆ ਇੱਕ ਇੱਧਰ ਰੱਖਿਆ, ਤੁਸੀਂ ਇਕੱਠੀਆਂ ਕਿਉਂ ਬੈਠੀਆਂ? ਮੇਰਾ ਕੋਈ ਮੁਸ਼ਕਲ ਨਹੀਂ ਮੇਰੇ ਲਈ, ਪਰ ਉਹਨਾਂ ਨੇ ਉਹਨਾਂ ਨੂੰ ਵਾਰਨਿੰਗ ਦੇ ਦਿੱਤੀ। ਉਹਨਾਂ ਨੇ ਇਹ ਗੱਲ ਕਹੀ ਵੀ ਅਸੀਂ ਮਾਵਾਂ ਧੀਆਂ ਤਾਂ ਉਹ ਛੁੱਟ ਗਈਆਂ, ਨਹੀਂ ਤਾਂ ਉਹ ਪੁਲਿਸ ਵਾਲਾ ਕਹਿੰਦਾ ਸੀ ਤੁਹਾਨੂੰ ਹੁਣੇ ਮੈਂ 250 ਰੁਪਇਆ ਜੁਰਮਾਨਾ ਕਰਨਾ ਸੀ। ਤੇ ਮੇਰੇ ਪਿਆਰਿਓ, ਮੇਰੀ ਸੰਗਤੋ, ਮੇਰੀ ਉਹ ਭੈਣੋ, ਮੇਰੇ ਵੀਰੋ, ਮੇਰੇ ਬੱਚਿਓ, ਮੈਨੂੰ ਇਸ ਗੱਲ ਦਾ ਬਹੁਤ ਦੁੱਖ ਆ। ਜੇ ਤੁਸੀਂ ਗੁਰੂ ਘਰ ਮੱਥਾ ਟੇਕਣ ਆਏ 250 ਰੁਪਇਆ ਜੁਰਮਾਨਾ ਭਰ ਕੇ ਜਾਓ, ਸਿਰਫ ਜੁਰਮਾਨਾ ਹੀ ਨਹੀਂ, ਗੁਰੂ ਘਰ ਤੁਹਾਡੀ ਇਸ ਛੋਟੀ ਜਿਹੀ ਗਲਤੀ ਦੇ ਨਾਲ ਬੰਦ ਹੋ ਜਾਣਾ। ਔਰ ਤੁਸੀਂ ਸਾਰੇ ਬੈਲਜੀਅਮ ਦੇ, ਮੈਨੂੰ ਨਹੀਂ ਲੱਗਦਾ ਕੋਈ ਨਹੀਂ ਜਾਣਦਾ ਹੋਵੇ, 3 ਸਾਲ ਪਹਿਲਾਂ ਦਾ ਬਰਸਲ ਦਾ ਗੁਰੂ ਘਰ ਬੰਦ ਹੋਇਆ, ਉਹ ਖੁੱਲ੍ਹਣ ਦਾ ਨਾਂ ਨਹੀਂ ਲੈ ਰਿਹਾ। ਕੀ ਕੁਛ ਹੋ ਰਿਹਾ। ਤੇ ਜੇ ਅਸੀਂ ਇੱਦਾਂ ਹੀ ਮਾੜੀਆਂ ਮਾੜੀਆਂ ਗਲਤੀਆਂ ਕਰਕੇ, ਕਈ ਵਾਰੀ ਪਤਾ ਕੀ ਹੁੰਦਾ, ਅਸੀਂ ਸਾਰਾ ਕੁਛ ਕਮੇਟੀ ਦੇ ਸਿਰ ਛੱਡ ਦਿੰਦੇ ਹਾਂ। ਨਹੀਂ, ਇਹ ਵੀ ਗਲਤ ਹੈ। ਕੁਛ ਸਾਡੀਆਂ ਜ਼ਿੰਮੇਵਾਰੀਆਂ ਬਣਦੀਆਂ। ਅੱਜ ਮੈਨੂੰ ਦੁੱਖ ਸੀ ਇਸ ਗੱਲ ਦਾ ਵੀ ਉੱਥੇ ਕਮੇਟੀ ਦਾ ਕੋਈ ਮੈਂਬਰ ਨਹੀਂ ਸੀ। ਫਿਰ ਮੈਂ ਗਿਆਨੀ ਜੀ ਨੂੰ ਕਹੀ ਗੱਲ ਹੈ,
मैं कहा तुसी 2-2 मिनट बाद 10-10 मिनट बाद तुसी पाठ किया, ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਹੀ ਆ, ਤੁਸੀਂ ਨਾਲੇ ਵੀ ਕਹੋ ਫਿਰ ਸੰਗਤ ਜੀ ਆ ਗਰੁੱਪ ਬਣ ਗਿਆ, ਝੁੰਡ ਬਣ ਗਿਆ, ਇਹਨੂੰ ਖਿਲਾਰ ਲਓ, ਥੋੜਾ ਨੇੜੇ ਨੇੜੇ ਦੂਰ ਦੂਰ ਹੋ ਜਾਓ। ਕਿਉਂ ਨਹੀਂ ਮੈਂ ਕਿਹਾ ਤੁਸੀਂ ਕਹਿੰਦੇ ਹਨਾ। ਮੈਨੂੰ ਇਸ ਗੱਲ ਤੇ ਦੁੱਖ ਸੀ, ਇਸ ਗੱਲ ਦਾ ਦੁੱਖ ਸੀ ਵੀ ਕਿਤੇ ਹੋਰ ਨਾ ਅਸੀਂ ਬੰਦ ਕਰਵਾ ਲਈਏ। ਸਭ ਤੋਂ ਪਹਿਲਾਂ ਨਹੀਂ ਖੋਲਦਾ, ਜੇ ਅੱਜ ਹੋਰ ਬੰਦ ਹੋ ਗਿਆ ਕੀ ਕਰਾਂਗੇ? ਹੈ ਕੋਈ ਸਾਡੇ ਕੋਲ ਹੱਲ? ਔਰ ਜੇ ਹੁਣ ਬੰਦ ਹੋਇਆ ਨਾ ਤੇ ਉਹ ਬਹੁਤ ਹੋਰ ਤਰੀਕੇ ਨਾਲ ਬੰਦ ਹੋਣਾ। ਇਸ ਕਰਕੇ ਜਲੂਸ ਕੱਢਣਗੇ ਪਹਿਲਾਂ ਉਹ ਬੰਦ ਕਰਨ ਦਿਓ ਸਾਡਾ, ਤਾਂ ਕਿ ਅਸੀਂ ਗੱਲ ਕਰਨ ਜੋਗੇ ਨਾ ਰਹੀਏ। ਇਸ ਕਰਕੇ ਮੇਰੀ ਸਾਰਿਆਂ ਅੱਗੇ ਬੇਨਤੀ ਆ, ਪਹਿਲਾਂ ਜਿਹੜਾ ਮੈਂ ਗੱਲ ਕਰ ਰਿਹਾ ਇਹਨੂੰ ਸ਼ੇਅਰ ਕਰੋ ਤਾਂ ਕਿ ਇਹ ਗੱਲ ਸਾਡੀ ਘਰ ਘਰ ਪਹੁੰਚ ਜਾਵੇ। ਜੇ ਸਾਡੀ ਗੱਲ ਘਰ ਘਰ ਨਹੀਂ ਪਹੁੰਚੀ ਤਾਂ ਅਗਲੇ ਸੰਡੇ ਫਿਰ ਇਹੀ ਕੰਮ ਚੱਲਣਾ ਤੇ ਤੁਸੀਂ ਭੁੱਲ ਜਾਓ ਭਈ ਕੰਟਰੋਲ ਨਹੀਂ ਹੋਊਗਾ। ਕਿਸੇ ਦਿਨ ਵੀ ਤੁਹਾਡੇ ਗੁਰੂ ਘਰ ਦੇ ਵਿੱਚ ਕੰਟਰੋਲ ਹੋ ਸਕਦਾ। ਤੁਹਾਡੀ ਗਲਤੀ ਛੋਟੀ ਜਿਹੀ ਜਿਹੜੀ ਇੱਕ ਗਲਤੀ ਤੁਸੀਂ ਕਰ ਜਾਣੀ ਆ, ਉਸ ਗਲਤੀ ਦਾ ਨਤੀਜਾ ਕੀ ਹੋਣਾ ਕਿ ਪੁਲਿਸ ਨੇ ਜੁੱਤੀਆਂ ਪਾ ਕੇ ਸਾਡੇ ਗੁਰੂ ਘਰ ਚ ਆਉਣਾ। ਉਹਦੇ ਜ਼ਿੰਮੇਵਾਰ ਸਿਰਫ ਤਾਂ ਸਿਰਫ ਪੁਲਿਸ ਵਾਲੇ ਨਹੀਂ, ਤੁਸੀਂ ਖੁਦ। ਅਸੀਂ ਖੁਦ ਜ਼ਿੰਮੇਵਾਰ ਹੋਣਾ ਉਹਦੇ, ਪੁਲਿਸ ਨਹੀਂ ਜ਼ਿੰਮੇਵਾਰ, ਕਿਉਂਕਿ ਅਸੀਂ ਇਹਨਾਂ ਨੂੰ ਆਪ ਸੱਦਾ ਦੇ ਰਹੇ ਹਾਂ। ਇਸ ਕਰਕੇ ਅਸੀਂ ਖੁਦ ਜ਼ਿੰਮੇਵਾਰ ਹੋਣਾ ਇਸ ਗੱਲ ਦੇ। ਤੇ ਕਿਰਪਾ ਕਰੋ, ਮੈਂ ਸਾਰਿਆਂ ਦੇ ਚਰਨਾਂ 'ਚ ਸੀਸ ਰੱਖ ਕੇ ਬੇਨਤੀ ਕਰਦਾ, ਮੇਰਾ ਸਿਰ ਝੁਕਦਾ ਤੁਹਾਡੇ ਸਾਰਿਆਂ ਅੱਗੇ ਵੀ ਗੁਰੂ ਘਰਾਂ ਦੀ ਜਿਹੜੀ ਸਰਕਾਰ ਵੱਲੋਂ ਹਦਾਇਤ ਕੀਤੀ ਆ, ਉਸ ਹਦਾਇਤ ਨੂੰ ਮੰਨ ਕੇ ਗੁਰੂ ਘਰਾਂ ਦੇ ਵਿੱਚ ਜਾਵੋ। ਅਸੀਂ ਜਿੰਦੇ ਨਹੀਂ ਲਵਾਉਣ ਜਾਣਾ ਗੁਰੂ ਘਰਾਂ ਨੂੰ, ਅਸੀਂ ਸ਼ਰਧਾ ਲਈ ਜਾਣਾ। ਜੇ ਇੱਕ ਵਾਰੀ ਮੈਨੂੰ ਨਹੀਂ ਲੱਗਦਾ ਲੰਗਰ ਨਾ ਛਕ ਕੇ ਆਏ ਤੇ ਸਾਡੀ ਜਾਨ ਨਿਕਲ ਜਾਓ। ਕੋਈ ਸਾਡੀ ਲਈ ਸਿਰਫ ਪਕੌੜੇ ਜ਼ਰੂਰ ਹੈਗਾ ਹੈ। ਕੱਲ ਗਿਆਨੀ ਗਿੰਟ ਵਾਲੇ ਗਿਆਨੀ ਜੀ ਨੇ ਸਪੈਸ਼ਲ ਅਨਾਉਂਸ ਕੀਤਾ ਵੀ ਸਾਡੇ ਇੰਨੇ ਬੰਦਿਆਂ ਦੀ ਮਨਜ਼ੂਰੀ ਆ, ਜੇ ਸੰਗਤ ਵੱਧਦੀ ਆ ਜਿਹੜੇ ਪਹਿਲਾਂ ਆਏ ਉਹ ਬਾਹਰ ਚਲ ਜਾਣ। ਮਤਲਬ ਆਉਣ ਕਹਿਣ ਦਾ ਉਹਨਾਂ ਦਾ ਸੀ, ਆਓ ਮੱਥਾ ਟੇਕੋ, ਮੱਥਾ ਟੇਕ ਕੇ ਘਰਾਂ ਨੂੰ ਚਾਲੇ ਪਾਓ ਤਾਂ ਕਿ ਬਾਕੀ ਸੰਗਤ ਵੀ ਆਉਂਦੀ ਰਹੇ। ਜਿਹੜਾ ਘਰੋਂ ਤੁਰਿਆ, ਹੁਣ ਮੇਰੇ ਤੋਂ ਤਕਰੀਬਨ 100 ਕਿਲੋਮੀਟਰ ਦੇ ਕਰੀਬ ਘੰਟੇ ਆ ਗੁਰੂ ਘਰ। ਜੇ ਮੈਂ ਇੱਥੋਂ ਜਾਵਾਂ ਮੱਥਾ ਟੇਕਣ ਵਾਸਤੇ ਤੇ ਮੇਰੇ ਤੋਂ ਉੱਥੇ ਮੱਥਾ ਹੀ ਨਾ ਟੇਕ ਹੋਵੇ, ਇੰਨੀ ਸੰਗਤ ਅੰਦਰ ਹੋਵੇ ਤੇ ਬਾਹਰ ਬੰਦੇ ਖੜੇ ਕਹਿ ਦੇਣ ਭਾਜੀ ਨਹੀਂ ਤੁਸੀਂ ਅੰਦਰ ਜਾ ਸਕਦੇ, ਸੰਗਤ ਪਹਿਲੀ ਬੈਠੀ ਆ, ਤੇ ਮੇਰਾ ਇੰਨੀ ਦੂਰੋਂ ਜਾ ਕੇ ਮਨ ਦੁਖੀ ਹੋਊਗਾ। ਇਸੇ ਤਰ੍ਹਾਂ ਅੱਜ ਜਦੋਂ ਮੈਂ ਸੰਤਰੂ ਜਿਸ ਗੁਰੂ ਘਰ ਮੈਂ ਗਿਆ, ਉੱਥੇ ਜਾ ਕੇ ਵੀ ਮੇਰਾ ਇਸ ਗੱਲੋਂ ਮਨ ਦੁਖੀ ਹੋਇਆ ਵੀ ਮੈਂ ਆਇਆ ਸੀ ਇੱਥੇ ਕਿਸੇ ਹੋਰ ਮਕਸਦ ਨੂੰ ਲੈ ਕੇ ਆਪਣੇ ਦਿਮਾਗ ਦੇ ਵਿੱਚ, ਤੇ ਇੱਥੇ ਜਦੋਂ ਮੈਂ ਆ ਕੇ ਦੇਖਿਆ ਮਨ ਨੂੰ ਬੜਾ ਦੁੱਖ ਲੱਗਾ। ਮੈਂ ਸਾਰਿਆਂ ਅੱਗੇ ਬੇਨਤੀ ਕਰਦਾ, ਫਿਰ ਇਹ ਵੀਡੀਓ ਨਾ ਜਿਹੜੀ ਇਹਨੂੰ ਘਰਾਂ ਦੇ ਵਿੱਚ ਖਿਲਾਰ ਦਿਓ। ਕੱਲੇ ਕੱਲੇ ਬੱਚੇ, ਕੱਲੇ ਕੱਲੀ ਮਾਂ, ਭੈਣ, ਭਰਾ, ਵੀਰ, ਬਾਪੂ, ਬਜ਼ੁਰਗ ਸਭ ਦੇ ਹੱਥਾਂ ਦੇ ਵਿੱਚ ਜਾਵੇ। ਸਭ ਨੂੰ ਇਹ ਪਤਾ ਲੱਗੇ ਵੀ ਜੇ ਕੱਲ ਨੂੰ ਗੁਰੂ ਘਰ ਬੰਦ ਹੋ ਗਿਆ, ਇਹਦੇ ਦੋਸ਼ੀ ਤਾਂ ਦੋਸ਼ੀ ਸਿਰਫ ਅਸੀਂ ਹੋਵਾਂਗੇ, ਹੋਰ ਕੋਈ ਨਹੀਂ, ਸਿਰਫ ਅਸੀਂ ਦੋਸ਼ੀ ਹੋਵਾਂਗੇ। ਇਸ ਕਰਕੇ ਪ੍ਰਬੰਧਕਾਂ ਤੋਂ ਪਹਿਲਾਂ ਤੁਹਾਡੀ ਜ਼ਿੰਮੇਵਾਰੀ ਬਣਦੀ ਆ। ਪ੍ਰੋਬਲਮ ਪਤਾ ਕੀ ਆ ਗੁਰੂ ਘਰਾਂ ਦੇ ਵਿੱਚ ਅੱਜ? ਪ੍ਰੋਬਲਮ ਕੀ ਆ? ਜੇ ਕੋਈ ਪ੍ਰਬੰਧਕ ਕਹਿ ਦਿੰਦਾ ਨਾ ਕਿਸੇ ਨੂੰ ਤੇ ਅਗਲੇ ਮਸਲਾ ਹੀ ਹੋਰ ਖੜਾ ਕਰਕੇ ਬਹਿ ਲੈਂਦੇ ਆ। ਕੋਈ ਗੱਲ ਸੋਚਦੇ ਨਹੀਂ ਵੀ ਜਿਹੜੀ ਗੱਲ ਕਹੀ ਹੈ ਸਹੀ ਆ, ਉਹ ਮਸਲਾ ਹੀ ਹੋਰ ਖੜਾ ਕਰਕੇ ਉਹ ਅੱਛਾ ਹਾਂਜੀ ਹਾਂਜੀ ਇਹ ਤਾਂ ਸਾਡੇ ਨਾਲ ਪਹਿਲਾਂ ਹੀ ਲੱਗਦਾ ਸੀ। ਪਹਿਲਾਂ ਲੱਗਣ ਵਾਲੀ ਕੋਈ ਗੱਲ ਨਹੀਂ। ਆ ਮੇਰੀ ਵੀਡੀਓ ਦੇਖ ਕੇ ਵੀ ਬਹੁਤ ਲੋਕਾਂ ਨੂੰ ਇਤਰਾਜ਼ ਹੋਣਾ, ਕੋਈ ਪ੍ਰੋਬਲਮ ਨਹੀਂ। ਮੇਰੇ ਨਾਲ ਕਿਸੇ ਨੇ ਉੱਥੇ ਗੱਲ ਕੀਤੀ ਅੱਜ ਗੁਰੂ ਘਰ ਵੀ ਅਸੀਂ ਜੀ ਸੈਨੀਟਾਈਜ਼ਰ ਬਾਹਰ ਨਹੀਂ ਰੱਖਦੇ। ਹੁਣ ਜਿਹੜੀ ਮੈਂ ਗੱਲ ਕਹਿਣ ਲੱਗਾ ਬੜੀ ਤਕਲੀਫ ਵਾਲੀ ਗੱਲ ਆ। ਅਸੀਂ ਸੈਨੀਟਾਈਜ਼ਰ ਬਾਹਰ ਇਸ ਕਰਕੇ ਨਹੀਂ ਜੀ ਕਹਿੰਦੇ ਰੱਖਿਆ, ਉਹਦੇ ਵਿੱਚ ਅਲਕੋਹਲ ਆ। ਉਹ ਪੜੀ ਉਹ ਮੈਨੂੰ ਗੱਲ ਕਹਿਣੀ ਨਹੀਂ ਚਾਹੀਦੀ, ਜਿਹੜੀ ਕੱਲ ਸ਼ਾਮ ਦੀ ਲਾਹਣ ਪੀਤੀ ਹੋਆ। ਸਾਇੰਸਦਾਨ ਕਹਿੰਦੇ ਆ ਤੁਹਾਡੇ ਅੰਦਰ ਜਿਹੜਾ ਅੱਜ ਤੁਸੀਂ ਰਾਤ ਨੂੰ ਖਾਣਾ ਨਾ, ਉਹ ਪਰਸੋਂ ਸਵੇਰ ਨੂੰ ਬਾਹਰ ਨਿਕਲਣਾ। ਤੇ ਜੇ ਫਿਰ ਇਹੀ ਤੁਹਾਨੂੰ ਬਹੁਤ ਆਇਆ ਤੇ ਆ ਜਿਹੜੀਆਂ ਪੀਨੇ ਆ ਇਹ ਕਿੱਥੇ ਹੁੰਦੀਆਂ? ਇਹ ਵੀ ਢਿੱਡ 'ਚ ਹੁੰਦੀਆਂ। ਫਿਰ ਜ਼ਰੂਰੀ ਤਾਂ ਹੈ ਨਹੀਂ ਕਿ ਤੁਸੀਂ ਉੱਥੇ ਅਲਕੋਹਲ ਰੱਖੋ।
आम साबण मिलते हैं, आम हथ साफ करने वाली डटोल है, वो लकोर है, डिटोल लाओ, वो लकोर है, उत्थे रखो, संगत हाथ साफ करे, टूटियां हर जगह लगियां हैं, साफ सुथरे उत्थे पेपर रखो, पेपर रोला रखो, रोले की रखने की लोड़ नहीं, उत्थे वो पेपर रखो जिहड़ा एक चक हो जाए। अज तो यूरोप दे विच इन्नी क सिस्टम है, तुसीं एक पेपर कड्डो एक निकल आउंदा, एक एक पेपर कड्डो पेपर निकल आउंदा। इस करके सानू बहुतियां कहानियां बनाउण दी लोड़ नहीं। मैं तो कहना जी संगत नूं सोचना चाहिए, सारा कसूर संगत का, प्रबंधकों की तो बात की गल है, पर कुछ गल्लां जिहड़ियां प्रबंधकों की भी जिम्मेवारी बनती है। जे हुण उत्थे गिला तौलिया टंगिया, उसकी जगह 10 रुपये के पेपर नहीं मुकने जी, वो तो प्रबंधकों ने रखने ना। हुण अज तो संगत नूं नहीं सी पता, उत्थे सड़िया गलिया तौलिए टंगे हो बाहर, तुसीं ऐटोमैटिक पेपर कड्ढण वाले सिस्टम आ, हथ सुकाउण वाली मशीनां किन्ने क दी आउंदी आ, ਲੱਖ ਐਰੋ ਦੀ ਹੋਣੀ किते हो, फिर जेब चों तक आउणी ने। गुरु घरां दा समान है, गुरु घरां दे पैसे आ, असीं कर नहीं सकते किते हैं, असीं सब कुछ कर सकते। उत्थे एक मशीन लाती जाए, टूटी आ हथ बदे डटोल दे साबण तोल, वो भी अजकल इदां दे सिस्टम है, तुसीं मशीन ते हथ करो, डिटोल हथ लाउण दी लोड़ नहीं, डिटोल तुहाडे हत्थां ते आ जांदी है ऑटोमैटिक, हथ करन दी लोड़ है। उस तो बाद मशीन च हथ सका लो। मैनू नहीं लगता गुरु घर बंद कराउण नालों ये खर्चा बहुत महंगा। गुरु घर जिस दिन बंद हो गया ना, 1 तरीक का वकील जिन्होंने भुगतिया उन्होंने पूछ के देखो, 1 तरीक के वकील किन्ने पैसे लैंदा। भाजी कृपाल सिंह जी बाजवा, थैंक यू भाजी, तुसीं हाजिर होए, बहुत बहुत मेहरबानी। ते अज जे ये काम हो जाए, ja, Martin, dat is Indisch, hè? Dat kan u niet begrijpen, sorry. Hè? Maar volgende keer ik zal in Nederlands spreken, hè? Oké? Ja, dank je wel. जे यही काम असी तरीके ना कर लीए तो सानू लगता नहीं कि कोई असी बुरा कदम चक रहे हैं, ठीक है। साडा सारिਆਂ ਦਾ फर्ज बनता भी असी इन्हां चीज़ों ते ध्यान दईए, ये बहुत जरूरी ले साडे वास्ते आ। असी जे इन्हां चीज़ों पर नहीं ध्यान देंदे तो गुरु घरां नूं ताले लग जाने आ, कोई गलत गल्लां हो जाणियां। ये गल्लां जिहड़ियां टोटल गलत आ, कमेटियां की जिम्मेवारी आ, साडी अपनी भी जिम्मेवारी आ, है ना। हुण मैं अज इसे करके गुरुद्वारे नाल उत्थे हुण एक दरवाजा बाहरले पासे नूं जिथे मैं अज गया, उत्थे दरवाजा आ, और दरवाजे दे कोल तो तुसीं पिछे हुंदे आ, जदों तुहानूं अंदर जो बीत रहा वो दस रहा सारा कुछ। तो जे असीं कल किसी ते इल्जाम ला दईए जी फलाने ने गल कीती सी तां पुलिस आ गई, जरूरी नहीं, क्योंकि वो तो बाहर उद्दे दी दा सामने गुआंढी भी फोन कर सकदा पुलिस नूं, पिया देखो जी इत्थे की हो रहा, है ना। भाजी कृपाल जी, मैं सही गल दसां, मैं अज बड़ा मन दुखी होया, तो मैं वो दूसरे रूप वाला अज बना के रूप आउण दी मेरे च हिम्मत नहीं रही, मैं इन्ना मन मेरा परेशान होया। तो मैं वो गल कर रहा भी संगतां ने उत्थे जो सी अज वो गलत सी। तो बाकी कृपाल भाजी तुहानूं पता सारा कुछ, तो इस करके आपां कोशिश करिए जिन्ना भी हो सकदा अपनियां भी जिम्मेवारियां नूं समझिए। तो मैनूं लगदा नहीं कि ਜਿਹੜੀਆਂ ਹੁਣ मैं गल्लां कर रहा ਹੁਣ ਇਹਦੇ ਨਾਲ जे किसी के ਕੰਨਾਂ ਤੇ ਜੂੰ ਸਰਕੂਗੀ, मैनूं नहीं लगदा। जे आपां कहीए किसी के ਕੰਨਾਂ ਤੇ जूं सरकू, भुल जाओ, किसी ने इस गल का ध्यान नहीं देना, क्योंकि असी इस चीज़ च विचरना नहीं सीखिया। असी पकौड़े जाके देखते हैं पहला कित्थे बने पे आ, चाह किदां दी आ, उस तो बाद डिशां, असी लंगर तो कहते नहीं, डिशां कहने असी की डिश बनी आ, चौल राजमा, आहा मजा आ गया। सानू शर्म नहीं इस गल की भी अज साडी दे मत्था टेकना जरूरी आ। पर अज मैनू उत्थे जाके ये गल बिल्कुल महसूस हुई भी सानू कोई गुरु घर जे 3 महीने नहीं खुले सी, सानू कोई दुख नहीं, सानू सिर्फ दुख तो दुख इसे गल का सी भी इत्थे अज लंगर नहीं मिलिया सी सानू 3 महीने, बस आ सानू जिहड़ा दुख सीगा जी कि सानू 3 महीने लंगर नहीं मिलिया, जां साडियां जिहड़े बलबले चुगलियां जिहड़ियां असीं लै के बैठे सी वो नहीं सी हो रही, वो अज जिहड़ियां सारिਆਂ ने खुल के कर लईआं।
मेरी सारे अगे हथ जोड़ के बेनती आ, हथ जोड़ के नहीं, मैं अपना सीस तुहाडे चरणों में रख के गल कहना भी गुरु घरां नूं जे बचा सकते आ कानून दे कोलों ते तुसीं बचा लो। किसी भी तरीके नाल गुरु घर दे विच जाके उत्थे दे कानून की पालना करो, ये बहुत जरूरी आ। अदरवाइज तुसीं जिम्मेवार होवोगे कि जिहड़ी पुलिस आ वो जुत्तियां लैके गुरु घर दे विच आवे, और गुरु ग्रंथ साहब साडी ले गुरु आ, उन्हां ले कोई गुरु नहीं। उन्हें एक किताब मेरे लिए बहुत भयंकर शब्द कहना आया, जे मैं गुरु ग्रंथ साहब को किताब कहां मेरी जीभ ते कीड़े पैण, इस शब्द नाल मैं ये गल कहन लगा भी उन्होंने लिए सिर्फ तो सिर्फ एक किताब उन्हें तय ला के ना अलमारी च ला के लॉक ला के निकल जाना घर। ये हालात असी कर सकते हैं, तो फिर की होना, एक दूए ते उंगला, वो नहीं होना, वो नहीं करता, जे नहीं करता, वो नहीं करता। ये साडियां अपनियां गलतियां दे नाल ये सब कुछ हो सकता। इस करके मैं सीस क्यों झुकाउणा, क्यों मैं तुहाडे चरणों च रखदा, क्योंकि मैनूं पता ये हो सकता, तो जे असीं इहनूं बचा सकते हैं। रूपी जी सत श्री अकाल जी, जे असीं इस चीज़ नूं बचा सकते हैं तो करो किरपा सारे जने अगले ऐतवार नूं ये जिहड़ियां गलतियां आपां ना दोहराइए। इस बार इस गलतियां नूं इदां कह के असीं बख्शा लईए कि सच्चे पातशाह पहला दिन सी, इस करके सानूं पता नहीं सी। अगले ऐतवार असीं ये गलतियां नहीं करनियां, ते ना ही कोशिश करो जदों तुसीं गुरु घर बैठे आ ऑनलाइन होवो, क्योंकि जदों तुसीं ऑनलाइन हुंदे आ ना उहदे विच बहुत गलतियां जिहड़ियां साडे हो जांदियां, जिन्ना मर्जी इंतजाम कर लीए बहुत गलती हो जांदियां। सरकार माड़ी माड़ी गल उत्ते नज़र रख रही आ, और 90% मैं तुहानूं दस्सिया भी फेसबुक राही लोकां नूं जुर्माने घरां च आ गए, उत्थे पुलिस भी नहीं आई, सिर्फ फेसबुक नूं देख के घर जुर्माना भेज दिता। फिर तो मैं अपनी दुकान की उदाहरण दी कि मेरे मावां धीआं बैठियां सी सिर्फ एक सोफे ते, और वो भी सोफे के विच खब्बे तकरीबन 1 मीटर का फासला सी, वो भी उन्होंने 1.5 चाहिए सी। जे वो मावां धीआं ना होंदियां ते उन्होंने 250 एरो पर परसन, दो मावां धीआं नूं 500 एरो जिहड़ा वो पै जाना सी। इस करके मेरी हाथ जोड़ के सारे अगे बेनती आ भी असी कोई भी गलती ना करिए। गुरु घर दी कमेटियां नूं मेरी बेनती आ, वध तो वध शेयर करो, सारिਆਂ तक पहुंचे कि असी कीर्तन नूं कदी भी कोशिश ना करिए असी ऑनलाइन दिखाउण दी, क्योंकि किसी भी तरह की प्रॉब्लम जिहड़ी आ वो साडी लई मुश्किल बन सकदी है। मान लो किसी ने देख के पुलिस नूं दस दिता, पुलिस आ जांदी आ ते जिहड़ी साडी संगत अंदर गलत तरीके नाल बैठी भी आ ਉਹਦੇ ਲਈ भी मुश्किल बन जानी आ। इस करके पहली तो गल असी अगले ऐतवार तो कोशिश करिए सारे गुरु घरां दे विच एक एक दो दो, हुण तुसीं देखो वड्डियां किड्डियां किड्डियां स्टोर आ, समान लैण जाने ना आपां, उत्थे आपां बहना तो हुंदा नहीं, समान लैणे जाने आ, किड्डे किड्डे स्टोर आ जिहड़े नाइट शॉपां दा काम करदे आ, जिहड़े होर दुकानदार जिहड़े घर दा भी समान लैण जांदे आ, उन्हां लई उन्हां ने बाहर चौकीदार खड़ा कर दिता। पंजाबी च शब्द जिहड़ा है चौकीदार है, जां असीं उहनूं सिक्योरिटी वाला कह दिंदे आ, वो खड़ा कर दिता। की कारण आ, वो देखदा पिया अंदर 10 जने गए आ, वो 10 जने आउंदे आ, और रेहड़ी है जिहड़ी साडी कार जिहनूं असीं कहने आ वो कंपलसरी कर दित्ती आ, तां कि ਉਹਦੇ दरम्यान जिहड़ा है ਉਹਦੀ ਜਿਹੜੀ लंबाई आ ਉਹ ਤੇ अगला बंदा जिहड़ा फड़दा ਉਹਦੇ ਵਿੱਚ 1.5 मीटर का फासला हो जाता, जद कि असीं उत्थे बहना नहीं, कुछ करना नहीं, असी मोहरे जा रहे हैं, वो तो बाद साडे होर मगर आ रहा, वो तो मगर होर आ रहा, वो भी जदों बाहर नहीं निकलते तो उन्नी देर वो चौकीदार अगलियां नूं नहीं जाण दिंदा। असी जा सकते हैं, नमस्कार करिए, लंगर की भावना नूं छड्डीए, गल कुछ नहीं, महीना मस्कीन शायद 2 महीने, वध तो वध की होगा 3 महीने, ठीक है ना, ਜਾਂ हल्का फुल्का गुरु घर वाले चाह बना सकते हैं, कर सकते हैं, पर वो भी देखिए भी कोई जे अंदर आ जाता गलत बंदा तो साडे ते कोई कानून तो नहीं लागू करता। जे असीं नहीं भी छड्डदे तो कोई फर्क नहीं पैना,
ਅਸੀਂ ਕੋਸ਼ਿਸ਼ ਇਹੀ ਕਰੀਏ ਵੀ ਅਸੀਂ ਤਰੀਕੇ ਦੇ ਨਾਲ ਉੱਥੇ ਜਾ ਕੇ ਬੈਠੀਏ। ਉਹ ਤੋਂ ਬਾਅਦ 15 ਮਿੰਟ ਬਹਿ ਲਓ, 25 ਮਿੰਟ ਬਹਿ ਲਓ, ਅੱਧਾ ਘੰਟਾ ਬਹਿ ਲਓ। ਉਹ ਤੋਂ ਬਾਅਦ ਅਸੀਂ ਦੇਖੀਏ ਪਿੱਛੇ ਹੋ ਰਿਹਾ। ਹੁਣ ਜਿੱਥੇ ਅੱਜ ਮੈਂ ਗਿਆ ਸੀ, ਮੈਂ ਯਕੀਨ ਕਰਿਓ ਪਿਛਲੇ ਹਫ਼ਤੇ ਐਂਟਵਰਪਨ ਗੁਰੂ ਘਰ ਦੀ ਵੀਡੀਓ ਲਾਈ ਸੀ, ਉਹਦੇ ਵਿੱਚ ਮੈਂ ਕਿਹਾ ਵੀ ਸੀ ਵੀ ਸਾਡੇ ਲਈ ਇਹ ਦੇਖਣਾ ਹੋਊਗਾ ਵੀ ਸੰਗਤਾਂ ਲੰਗਰ ਕਿੱਦਾਂ ਛਕਦੀਆਂ। ਪਰ ਮੈਂ ਹੋਰ ਤਰੀਕੇ ਨਾਲ ਕਿਹਾ ਸੀ ਤੇ ਇਹਦਾ ਤਰੀਕਾ ਹੀ ਹੋਰ ਬਣ ਗਿਆ ਜੀ। ਬਹੁਤ ਗਲਤ ਤਰੀਕਾ ਬਣਿਆ ਸੀ। ਗੋਡੇ ਨਾਲ ਗੋਡਾ ਲਾ ਕੇ ਬੜੀ ਹੈਰਾਨੀ ਹੋਈ ਮੈਨੂੰ ਦੇਖ ਕੇ, ਦੁੱਖ ਹੋਇਆ ਮੈਨੂੰ ਇਸ ਗੱਲ ਬਾਰੇ। ਇਸ ਕਰਕੇ ਕੋਸ਼ਿਸ਼ ਅਸੀਂ ਕਰੀਏ ਵੀ ਅਸੀਂ ਐਸੇ ਤਰੀਕੇ ਨਾਲ ਜਾਈਏ, ਇਸ ਤਰੀਕੇ ਨਾਲ ਬਾਹਰ ਆਈਏ, ਨਾ ਬਾਹਰ ਜੁੰਡਲੀਆਂ ਬਣਾ ਕੇ ਖੜੇ ਹੋਈਏ, ਢੇਰੀਆਂ ਬਣਾ ਕੇ ਖੜੇ ਹੋਈਏ ਗੱਪਾਂ ਮਾਰਨ ਨੂੰ। ਗਏ ਆ ਅੰਦਰ ਜਾਓ, ਮੱਥਾ ਟੇਕੋ, ਚਾਰ ਜਗ੍ਹਾ ਹੈਗੀ ਹੈ, ਠੀਕ ਹੈ, ਪੀ ਲਓ, ਨਹੀਂ ਤਾਂ ਘਰ ਆ ਜਾਓ, ਕੋਈ ਪ੍ਰੋਬਲਮ ਨਹੀਂ। ਮੈਨੂੰ ਨਹੀਂ ਲੱਗਦਾ ਕੋਈ ਪ੍ਰੋਬਲਮ ਹੋਵੇ, ਕਿਉਂਕਿ ਹਾਜ਼ਰੀ ਤੁਹਾਡੀ ਜਦੋਂ ਤੁਸੀਂ ਤੁਰਦੇ ਆ ਉਦੋਂ ਸ਼ੁਰੂ ਹੋ ਜਾਂਦੀ ਹੈ। ਇੱਕ ਪੈਂਡਾ ਆਏ ਤੇ ਗੁਰੂ ਤਾਂ 10 ਪਿੰਡ ਤੁਹਾਡੇ ਵੱਲ ਆਉਂਦਾ। ਇਸ ਕਰਕੇ ਜਾਓ ਮੱਥਾ, ਇਹ ਨਹੀਂ ਮੈਂ ਕਹਿੰਦਾ ਤੁਸੀਂ ਬੰਦ ਕਰ ਦਿਓ ਜਾਣਾ। ਜਾਓ ਗੁਰੂ ਘਰਾਂ ਦੇ ਵਿੱਚ ਮੱਥਾ ਟੇਕੋ, ਮੱਥਾ ਟੇਕ ਕੇ ਆਪਣੇ ਘਰ ਆਓ, ਠੀਕ ਆ। ਬਾਕੀ ਦੇ ਵੀ ਸਾਰੇ ਜਣੇ ਜਿਹੜੇ ਆ ਮੱਥਾ ਟੇਕਣ। ਉੱਥੇ ਝੁੰਡ ਨਾ ਬਣਾਈਏ। ਔਰ ਉਹ ਝੁੰਡ ਦਾ ਨੁਕਸਾਨ ਕੀ ਹੋਣਾ, ਪਹਿਲਾਂ ਤਾਂ ਤੁਸੀਂ 250-250 ਰੁਪਏ ਕੱਲਾ ਜੁਰਮਾਨਾ ਕਰੋਗੇ, ਫਿਰ ਗੁਰਦੁਆਰੇ ਨੂੰ ਜਿੰਦਾ ਲਵਾਓਗੇ, ਫਿਰ ਤੁਸੀਂ ਸਾਰੀ ਜ਼ਿੰਦਗੀ ਰੱਬ ਦੇ ਅੱਗੇ ਨੱਕ ਰਗੜਨਾ ਵੀ ਸਾਡੀ ਵਜ੍ਹਾ ਦੇ ਨਾਲ ਇਹ ਸੱਚੇ ਪਾਤਸ਼ਾਹ ਤੇਰੇ ਦਰਬਾਰ ਵਿੱਚ ਪੁਲਿਸ ਆ ਗਈ ਜੁੱਤੀ ਪਾ ਕੇ। ਉਹ ਸਾਡੇ ਮਾਮੇ ਦੇ ਪੁੱਤ ਨਹੀਂ ਜੀ, ਨਾ ਉਹਨਾਂ ਨੂੰ ਇਸ ਗੱਲ ਨਾਲ ਕੋਈ ਮਤਲਬ ਹੈ। ਉਹਨਾਂ ਨੇ ਡਿਊਟੀ ਕਰਨੀ ਆ, ਉਹ ਜੁੱਤੀ ਪਾ ਕੇ ਆਉਣ, ਉਹ ਚਮੜਾ ਪਾ ਕੇ ਆਉਣ, ਉਹ ਬੈਲਟ ਲਾ ਕੇ ਆਉਣ, ਉਹ ਪਿਸਤੌਲ ਪਾ ਕੇ ਆਉਣ। ਉਹਨਾਂ ਨੇ ਕੋਈ ਇਸ ਗੱਲ ਦੀ ਨਹੀਂ, ਸਾਨੂੰ ਦੇਖਣਾ ਪੈਣਾ ਹੈ। ਇਸ ਕਰਕੇ ਮੇਰੀ ਸਾਰਿਆਂ ਦੇ ਚਰਨਾਂ 'ਚ ਬੇਨਤੀ ਆ, ਮੈਂ ਸਿਰ ਝੁਕਾਉਣਾ ਤੁਹਾਡੇ ਸਾਰਿਆਂ ਦੇ ਅੱਗੇ, ਸਾਰੀਆਂ ਕਮੇਟੀਆਂ ਅੱਗੇ ਵੀ, ਇਕੱਲੀ ਸੰਗਤ ਨਹੀਂ, ਕਮੇਟੀਆਂ ਅੱਗੇ ਵੀ ਆਪਾਂ ਇਹ ਜਿਹੜੇ ਕਾਨੂੰਨ ਆ ਇਹਨਾਂ ਨੂੰ ਲਾਗੂ ਕਰੀਏ, ਇਹਨਾਂ ਦੇ ਤਰੀਕੇ ਨਾਲ ਚੱਲੀਏ ਅਸੀਂ, ਤੇ ਤਾਂ ਜਿਹੜਾ ਸਾਡਾ ਆ ਬਿਲਕੁਲ ਠੀਕ ਹੈ ਜੀ। ਮੈਂ ਇਹੀ ਕਿਰਪਾਲ ਭਾਜੀ ਇਹ ਗੱਲ ਕਹੀ ਆ ਵੀ ਅੱਜ ਪਹਿਲਾ ਦਿਨ ਸੀ, ਸੰਗਤਾਂ ਨੂੰ ਸੀ ਸ਼ਾਇਦ, ਕਿਉਂਕਿ ਮੈਂ ਵੀ ਇਹਦੇ ਵਿੱਚ ਤੁਹਾਨੂੰ ਦੱਸਦਾ, ਮੈਂ ਪਿਛਲੇ ਹਫ਼ਤੇ ਐਂਟਵਰਪਨ ਦੀ ਵੀਡੀਓ PTC ਦੇ ਚਲਾਈ ਸੀ। ਉਹਦੇ ਵਿੱਚ ਜਿੱਦਾਂ ਉਹਨਾਂ ਨੇ ਜਿੱਦਾਂ ਸੰਗਤ ਦੇ ਇੱਕ ਬੰਦੇ ਨੇ ਬੈਠਣਾ, ਉਹਨਾਂ ਨੇ ਉੱਥੇ ਨਿਸ਼ਾਨ ਲਾਏ ਸੀ। ਔਰ ਬਾਹਰ ਜਦੋਂ ਸੰਗਤ ਨੇ ਮੱਥਾ ਟੇਕਣਾ, ਉਹਨਾਂ ਨੇ 1.5 ਮੀਟਰ ਤੇ ਉਹ ਟੇਪ ਹੁੰਦੀ ਨਾ ਜਿਹੜੀ ਕਾਲੇ ਰੰਗ ਦੀ ਜੀ, ਉਹ ਟੇਪ ਲਾਈ ਸੀ। ਉਹ ਮੈਨੂੰ ਬਹੁਤ ਵਧੀਆ ਸਿਸਟਮ ਲੱਗਾ। ਮੈਨੂੰ ਇਹ ਸੀ ਕਿ ਸਾਰੇ ਗੁਰੂ ਘਰਾਂ ਦੇ ਵਿੱਚ ਜਦੋਂ ਇਹ ਦੇਖਣਗੇ ਸਾਰਿਆਂ ਨੂੰ ਇਸ ਗੱਲ ਬਾਰੇ ਜਾਣਕਾਰੀ ਮਿਲੂਗੀ। ਚਲੋ ਆਪਾਂ ਇਸ ਚੀਜ਼ ਨੂੰ ਅੱਜ ਲੰਘ ਗਿਆ ਦਿਨ, ਅੱਜ ਦਿਨ ਲੰਘ ਗਿਆ, ਤੇ ਕੋਸ਼ਿਸ਼ ਕਰੀਏ ਕਿ ਆਪਾਂ ਅਗਲੇ ਐਤਵਾਰ ਨੂੰ ਸਹੀ ਤਰੀਕੇ ਦੇ ਨਾਲ ਇਸ ਮਸਲੇ ਨੂੰ ਹੱਲ ਕਰਕੇ ਚੱਲੀਏ। ਬਹੁਤ ਚੰਗੀ ਗੱਲ ਹੋਊਗੀ ਕਿ ਆਪਾਂ ਜੇ ਇੱਥੇ ਦੇ ਕਾਨੂੰਨ ਨੂੰ ਫੋਲੋ ਕਰਾਂਗੇ ਤੇ ਸਾਡਾ ਸਭ ਕੁਝ ਜਿਹੜਾ ਹੈ ਉਹ ਵਧੀਆ ਰਹੂਗਾ। ਅਦਰਵਾਈਜ਼ ਸਾਡਾ ਉਹਨਾਂ ਨੇ ਜਲੂਸ TV ਤੇ ਕੱਢਣਾ, ਔਰ ਫਿਰ ਅਸੀਂ ਨੱਕ ਲੁਕੋ ਕੇ ਜੀਣਾ, ਬਹੁਤ ਬੇਇੱਜ਼ਤੀ ਵਾਲੀ ਗੱਲ ਹੋਊਗੀ। ਤੇ ਇੰਨੀਆਂ ਮੇਰੀਆਂ ਬੇਨਤੀਆਂ, ਮੈਨੂੰ ਉਮੀਦ ਹੈ ਤੁਸੀਂ ਸਾਰੇ ਜਣੇ ਮੇਰੀਆਂ ਇਹ ਬੇਨਤੀਆਂ ਨੂੰ, ਮੈਂ ਕੋਈ ਗਰਮੀ ਨਹੀਂ ਮੇਰੇ ਵਿੱਚ ਇਸ ਮਾਮਲੇ ਨੂੰ ਲੈ ਕੇ, ਕੋਈ ਗੁੱਸਾ ਨਹੀਂ ਮੈਨੂੰ, ਸਿਰਫ ਇਹ ਆ ਕਿ ਅਸੀਂ ਗੁਰੂ ਘਰ ਨਾ ਬੰਦ ਕਰਵਾ ਲਈਏ, ਬਸ ਇੰਨੀ ਮੇਰੀ ਬੇਨਤੀ ਆ। ਤੇ ਤੁਸੀਂ ਮੈਨੂੰ ਆਪਣਾ ਦਾਸ ਸਮਝ ਕੇ, ਆਪਣੇ ਚਰਨਾਂ ਦੀ ਧੂੜ ਸਮਝ ਕੇ ਮੇਰੀ ਇਹ ਸਾਰੀਆਂ ਬੇਨਤੀਆਂ ਨੂੰ ਪ੍ਰਵਾਨ ਕਰਿਓ, ਤਾਂ ਕਿ ਆਪਾਂ ਕਿਸੇ ਵੀ ਕਿਸਮ ਦੇ ਕਿਸੇ ਬਵਾਲ ਦੇ ਵਿੱਚ, ਕਿਸੇ ਝੰਜਟ 'ਚ ਨਾ ਪੈ ਜਾਈਏ ਜਿਹਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਨੂੰ ਨੁਕਸਾਨ ਹੋਵੇ। ਠੀਕ ਹੈ ਜੀ, ਇੰਨੀ ਮੇਰੀ ਬੇਨਤੀ। ਤੇ ਹੁਣ ਤਕਰੀਬਨ ਆਪਣੇ ਕੋਲ ਟਾਈਮ ਹੋ ਗਿਆ, ਆਪਾਂ ਕਲਾਸ ਸ਼ੁਰੂ ਕਰਨੀ ਆ। ਤੇ ਮੇਰਾ ਖਿਆਲ ਆਪਾਂ ਪਿਛਲੇ ਹਫ਼ਤੇ, ਮੈਂ ਤਾਂ ਹੈ ਨਹੀਂ ਸੀ ਜੀ, ਬਾਬਾ ਡੋਲੂ ਵਾਲਾ ਸੀਗਾ, ਉਹ 90 ਤੱਕ ਮੇਰਾ ਖਿਆਲ ਲੈ ਗਿਆ ਸੀ। ਤੇ ਆਪਾਂ ਥੈਂਕ ਯੂ ਰੂਪੀ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਤੇ ਆਪਾਂ ਬਿਲਕੁਲ, ਮੈਂ ਤਾਂ ਰਵੀ ਜੀ ਇਹ ਗੱਲ ਕਹਿਣਾ ਵੀ ਪ੍ਰੋਬਲਮ ਬਹੁਤ ਬੜੀ ਹੋ ਜਾਣੀ ਆ, ਕਿਉਂਕਿ ਅਸੀਂ ਜੁੱਤੀ ਪਾ ਕੇ ਅੰਦਰ ਜਾਣਾ ਸਾਡੇ ਲਈ ਤਾਂ ਮਰਨ ਹੋ ਜਾਣ ਤੋਂ ਬਰਾਬਰ ਆ। ਅਸੀਂ ਤਾਂ ਇਸ ਚੀਜ਼ ਨੂੰ ਬਹੁਤ, ਸਾਡੇ ਲਈ ਤਾਂ ਬਹੁਤ ਇਹ ਹੈਗੀ ਆ ਬੇਇੱਜ਼ਤੀ ਵਾਲੀ ਗੱਲ ਜੇ ਪੁਲਿਸ ਵਾਲੇ ਅੰਦਰ ਜੁੱਤੀਆਂ ਪਾ ਕੇ ਚਲ ਜਾਂਦੇ ਜਾਂ ਕਿਸੇ ਕਿਸਮ ਦੀ ਗਲਤ ਹੋ ਜਾਂਦੀ ਆ। ਇਕੱਲਾ ਇੱਥੇ ਨਹੀਂ, ਉਹਨਾਂ ਨੇ TV ਤੇ ਦਿਖਾਉਣਾ ਸਾਨੂੰ, ਉਹਨਾਂ ਨੇ ਸਾਨੂੰ TV ਤੇ ਦਿਖਾਉਣਾ, ਉਹਨਾਂ ਦੇ ਕੋਲ ਕੋਈ ਪ੍ਰੂਫ ਹੋਰ ਨਹੀਂ ਹੈਗਾ, ਸਾਨੂੰ TV ਤੇ ਦਿਖਾਉਣਗੇ।
ਜੋ ਅਸੀਂ ਗਲਤ ਕਰਨਾ। ਇਸ ਕਰਕੇ ਕੋਸ਼ਿਸ਼ ਆਪਾਂ ਕਰੀਏ ਸਾਰੇ ਜਣੇ ਜਾਈਏ ਗੁਰੂ ਘਰ, ਇੱਦਾਂ ਨਹੀਂ, ਪਰ ਉੱਥੇ ਇਸੇ ਚੱਕਰ ਨੂੰ ਨਾ ਜਾਈਏ ਕਿ ਚਲੋ ਜੀ ਲੰਗਰ ਛਕਣਾ 2-4 ਘੰਟੇ 5 ਘੰਟੇ ਬਹਿਣਾ, ਨਹੀਂ, ਜਾਓ ਵਧੀਆ ਤਰੀਕੇ ਨਾਲ। ਔਰ ਗੁਰੂ ਪ੍ਰਬੰਧਕਾਂ ਅੱਗੇ ਵੀ ਮੇਰੀ ਬੇਨਤੀ ਹੈ ਕਿ ਆਪਾਂ ਕੋਸ਼ਿਸ਼ ਕਰੀਏ ਲਾਈਵ ਹੋ ਕੇ ਜਿਹੜੇ ਪ੍ਰੋਗਰਾਮ ਹੈ ਉਹ ਨਾ ਦਿਖਾਈਏ, ਕਿਉਂਕਿ ਜਿਹੜਾ ਆਪਾਂ ਜਿਹਨਾਂ ਨੂੰ ਦਿਖਾਉਣਾ ਲਾਈਵ ਨਾ, ਉਹ ਜੇ ਸੁੱਤਾ ਹੀ ਨਹੀਂ ਉੱਠਦਾ ਤਾਂ ਉਹਨੂੰ ਲਾਈਵ ਹੋ ਕੇ ਵੀ ਕੀ ਕਰਨਾ। ਜਿਹਨੂੰ ਚਾਹ ਆ ਉਹ ਬਾਬੇ ਦੇ ਦਰ ਤੇ ਚੱਲ ਕੇ ਆਉਂਦਾ, ਭਾਵੇਂ 100 ਕਿਲੋਮੀਟਰ ਤੋਂ ਆ ਜਾਵੇ, ਹੈ ਨਾ। ਦੂਰੋਂ ਦੂਰੋਂ ਸੰਗਤਾਂ ਮੱਥਾ ਟੇਕਣ ਆਉਂਦੇ ਆ, ਤੇ ਮੈਨੂੰ ਉਮੀਦ ਹੈ ਕਿ ਸਾਰੇ ਜਣੇ ਵਧੀਆ ਤਰੀਕੇ ਨਾਲ ਆਪਾਂ ਇਹ ਮਸਲੇ ਦਾ ਹੱਲ ਕਰੀਏ। ਔਰ ਇਹ ਮੇਰਾ ਇਕੱਲੇ ਦਾ ਨਹੀਂ, ਜਾਂ ਪ੍ਰਬੰਧਕਾਂ ਕਮੇਟੀਆਂ ਨੇ, ਜਾਂ ਇਕੱਲੀ ਸੰਗਤ, ਸਾਰਿਆਂ ਦਾ ਸਾਡਾ ਫਰਜ਼ ਬਣਦਾ ਤੇ ਅਸੀਂ ਉੱਥੇ ਕੋਈ ਇੱਦਾਂ ਦਾ ਸਿਸਟਮ ਬਣਾ ਦਈਏ। ਮੈਂ ਵੀ ਕੋਸ਼ਿਸ਼ ਕਰੂੰਗਾ ਅਗਲੇ ਐਤਵਾਰ ਕਿਸੇ ਨਾ ਕਿਸੇ ਜਗ੍ਹਾ ਜਾ ਕੇ ਖੜੂੰਗਾ, ਤਾਂ ਕਿ ਆਪਾਂ ਸੰਗਤ ਨੂੰ ਤਰੀਕੇ ਨਾਲ ਅੰਦਰ ਜਾਣ ਦਈਏ, ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਾ ਹੋਵੇ। ਜਿੱਦਾਂ ਜੋੜਾ ਘਰ ਆ, ਬਹੁਤ ਜਗ੍ਹਾ ਜੋੜੇ ਘਰ ਛੋਟੇ ਆ, ਉੱਥੇ ਬਹੁਤ ਰਸ਼ ਪੈ ਜਾਂਦਾ। ਇਸ ਤਰੀਕੇ ਨਾਲ ਬਾਹਰ ਸਿਸਟਮ ਕਰੀਏ ਤਾਂ ਕਿ ਜਿਹੜੀ ਸੰਗਤ ਹੈ ਜੋੜਾ ਵੀ ਲਾਉਂਦੀ, ਜੋੜਾ ਲਾਉਣ ਤੋਂ ਅੱਗੇ ਜਿੰਨੀ ਦੇਰ ਅੱਗੇ ਜਾਂਦੇ ਉਨੀ ਦੇਰ ਬਾਹਰਲੇ ਜਿਹੜੇ ਉਹਨਾਂ ਨੂੰ ਬਾਹਰ ਰੋਕਿਆ ਛੱਡਿਆ ਜਾਵੇ, ਰੋਕਿਆ ਗਿਆ ਉਹ ਤਾਂ ਤਰੀਕੇ ਨਾਲ ਉਹ ਅੰਦਰ ਜਾਣ ਤੇ ਸਾਰਾ ਮਸਲਾ ਹੱਲ ਹੋ ਜਾਂਦਾ। ਉਹ ਸੰਗਤ ਦੂਸਰੇ ਦੋ ਦਰਵਾਜ਼ੇ ਤਕਰੀਬਨ ਹਰ ਜਗ੍ਹਾ ਹੈਗੇ ਆ, ਉੱਧਰ ਦੀ ਜਾਵੇ ਸੰਗਤ, ਦੂਜੇ ਪਾਸੇ ਦੀ ਨਿਕਲਣ ਦਾ ਇੰਤਜ਼ਾਮ ਕਰ ਦਿੱਤਾ ਜਾਵੇ, ਰਸ਼ੇ ਨਹੀਂ ਪੈਂਦਾ, ਹਾਂ। ਇਸ ਕਰਕੇ ਕੋਈ ਮੈਨੂੰ ਨਹੀਂ ਲੱਗਦਾ ਦਿੱਕਤ ਵਾਲੀ ਗੱਲ, ਆਪਾਂ ਕਰਾਂਗੇ ਜ਼ਰੂਰ, ਇਹ ਬਾਬਾ ਕਿਰਪਾ ਕਰੂਗਾ। ਤੇ ਹੁਣ ਆਪਾਂ ਜਿਹੜੇ ਆਪਣੇ ਕੁਛ ਸ਼ਬਦ ਹੈਗੇ ਆ ਉਹ ਆਪਾਂ ਅੱਜ ਕਰਨੇ ਆ, ਤੇ ਅਗਲੇ ਹਫ਼ਤੇ ਮੇਰਾ ਖਿਆਲ ਬਾਬਾ ਡੋਲੂ ਵਾਲਾ ਖੁਸ਼ੀ ਆਊਗਾ, ਤੇ ਉਹ ਜਿਹੜਾ ਤੁਹਾਨੂੰ ਅਗਲੇ ਲੈਸਨ ਦਊਗਾ। ਅੱਜ ਮੈਂ ਤੁਹਾਨੂੰ ਇੱਕ ਤਾਂ ਉਹਨੇ ਮੈਨੂੰ ਕਿਹਾ ਸੀ, ਡੋਲੂ ਵਾਲੇ ਨੇ, ਵੀ ਮੈਨੂੰ ਬਾਰੇ ਇੱਜ਼ਤ ਨਾਲ ਨਾਂ ਲੈਣਾ ਚਾਹੀਦਾ, ਮੇਰੇ ਤੋਂ ਚੱਕਦਾ ਸਿਆਣਾ ਹੈ ਵਿਚਾਰਾ ਬਾਬਾ ਡੋਲੂ ਵਾਲਾ ਜੀ। ਉਹਨਾਂ ਨੇ ਮੈਨੂੰ ਕਿਹਾ ਸੀ ਵੀ ਤੂੰ ਕਾਕਾ ਜਾ ਕੇ ਨਾ ਆਪਣੇ ਸ਼ੁਰੂ ਕਰੀ, ਇੱਕ ਤਾਂ 91 ਤੋਂ ਲੈ ਕੇ 100 ਤੱਕ ਲਿਖ ਕੇ, ਉਹ ਤੋਂ ਬਾਅਦ ਜੇ ਥੋੜੇ ਬਹੁਤੇ ਅੱਖਰ ਜਿਹੜੇ ਤੂੰ ਜਾਣਦਾ ਉਹ ਕਰਾ ਕੇ ਉਹਨਾਂ ਨੂੰ ਲਿਖਾ ਕੇ ਆਈ, ਤਾਂ ਕਿ ਅਗਲੇ ਹਫ਼ਤੇ ਜਿਹੜਾ ਆਪਾਂ ਫਿਰ ਆਪਾਂ ਜਿਹੜੇ ਜਿੱਦਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਦੇਖਦੇ ਨਾ 1 2 3, ਆਪਾਂ ਅਗਲੇ ਹਫ਼ਤੇ ਤੋਂ ਵੀ ਸ਼ੁਰੂ ਕਰਨਾ। ਇਹ ਅੱਜ ਆਪਣਾ 100 ਪੂਰਾ ਹੋ ਜਾਣਾ, ਤੇ ਬਾਬਾ ਮਿਹਰ ਕਰੂਗਾ। ਆਪਾਂ ਸਾਰਿਆਂ ਨੇ ਕੋਸ਼ਿਸ਼ ਕਰਨੀ ਵਧੀਆ ਤਰੀਕੇ ਦੇ ਨਾਲ। ਇਹ ਕਲਾਸ ਹੁਣ ਬੁੱਧਵਾਰ ਨਹੀਂ ਆਪਾਂ ਲਿਆ ਕਰਨਾ, ਤੇ ਕਿਉਂਕਿ ਮੈਂ ਦੁਕਾਨ ਖੋਲ੍ਹ ਲਈ ਹੈ, ਦੁਕਾਨ 'ਤੇ ਮੈਨੂੰ ਜਾਣਾ ਪੈਂਦਾ, ਤੇ ਇਸ ਉੱਥੇ ਜਾਣਾ ਵੀ ਮੇਰਾ ਬਹੁਤ ਜ਼ਰੂਰੀ ਹੈ, ਕਿਉਂਕਿ ਮੇਰੇ ਬਹੁਤ ਜਿਹੜੇ ਪੇਸ਼ੈਂਟ ਆ ਉਹ ਥੋੜ੍ਹੇ ਜਿਹੇ ਮੁਸ਼ਕਲਾਂ 'ਚ ਬਹੁਤ ਆ ਗਿਆ ਸੀ, ਤੇ ਉਹਨਾਂ ਦਾ ਵੀ ਮੈਨੂੰ ਜ਼ਰੂਰੀ ਸੋਚਣਾ, ਕਿਉਂਕਿ ਮੈਂ ਨਹੀਂ ਚਾਹੁੰਦਾ ਕੋਈ ਰਾਤ ਨੂੰ ਦਰਦ ਦੇ ਨਾਲ ਸੌਵੇਂ, ਉਹਨੂੰ ਇਹ ਲੱਗੇ ਕਿ ਅੱਜ ਮੈਨੂੰ ਜੇ ਮੇਰਾ ਇਹ ਹੱਲ ਹੋ ਜਾਂਦਾ ਤਾਂ ਮੇਰੀ ਦਰਦ ਜਾ ਸਕਦੀ ਸੀ ਤੇ ਰਾਤ ਭਰ ਮੈਨੂੰ ਗਾਲਾਂ ਕੱਢੇ। ਮੇਰੀ ਇਹੀ ਕੋਸ਼ਿਸ਼ ਹੁੰਦੀ ਵੀ ਜੇ ਰੱਬ ਨੇ ਮੈਨੂੰ ਕੋਈ ਗੁਣ ਦਿੱਤਾ ਤੇ ਉਹਦੇ ਨਾਲ ਮੈਂ ਜਿੰਨਾ ਹੋ ਸਕੇ ਵੱਧ ਤੋਂ ਵੱਧ ਕਰ ਸਕਾਂ, ਤੇ ਕਿਸੇ ਨੂੰ ਮੈਂ ਇਹ ਨਾ ਹੋਵੇ ਵੀ ਕੋਈ ਰਾਤ ਨੂੰ ਸਾਰੀ ਰਾਤ ਅਨਿੰਦਾ ਰਵੇ, ਤੜਫੇ ਤੇ ਦਰਦ ਹੁੰਦਾ ਉਹਦੇ ਗੋਡੇ ਜਾਂ ਪਿੱਠ 'ਚ, ਜੋ ਵੀ ਬਾਬਾ ਮਿਹਰ ਕਰੇ, ਸਾਰਿਆਂ ਨੂੰ ਤੰਦਰੁਸਤੀ ਬਖਸ਼ੇ। ਇਸ ਕਰਕੇ ਮੇਰੀ ਕੋਸ਼ਿਸ਼ ਇਹ ਹੁੰਦੀ ਵੀ ਜਿੰਨਾ ਵੀ ਮੈਂ ਵੱਧ ਤੋਂ ਵੱਧ ਕਿਸੇ ਦੀ ਹੈਲਪ ਕਰ ਸਕਾਂ ਕਰਾਂ। ਤੇ ਬਾਕੀ ਆਪਾਂ ਸ਼ੁਰੂ ਕਰਦੇ ਹਾਂ ਜੀ 91 ਤੋਂ ਲੈ ਕੇ 100 ਤੱਕ। ਹਾਂਜੀ ਰਵੀ ਜੀ, ਤੁਸੀਂ ਜਿਹੜਾ ਸਪੈਸ਼ਲ ਨੋਟ ਕਰਨਾ, ਠੀਕ ਹੈ ਜੀ। ਇਹ ਹੈ ਜੀ 91 ਇਹ ਨਾ नीदरलैंड कहते ए ना नेगेटिव, ठीक है जी। 91 9 नाया एका ते नाया दूनी तवे नेगेटिव 92। ਪ੍ਰੀਤੋ ਜੀ, ਜੇ ਤੁਸੀਂ ਨਾਲ ਨਾਲ ਲਿਖੀ ਜਾਓਗੇ ਨਾ ਪੰਜਾਬੀ ਦੇ ਵਿੱਚ, ਤੇ ਮੇਰਾ ਖਿਆਲ ਰਵੀ ਉਹਨਾਂ ਨੂੰ ਕੁਝ ਕਾਫੀ ਹੱਦ ਤੱਕ ਮਦਦ ਮਿਲ ਜਾਊਗੀ, ਤੇ ਤੁਸੀਂ ਹਾਂ ਬਿਲਕੁਲ ਸ਼ੁਰੂ ਕਰ ਦਿੱਤਾ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਖਾਸ ਕਰਕੇ ਮੈਂ ਬਹੁਤ ਧੰਨਵਾਦ ਕਰਦਾ ਜੀ। ਤੁਸੀਂ ਹਰ ਮੈਨੂੰ ਸਾਥ ਇਸ ਕੰਮ ਦੇ ਰਹੇ ਆ, ਤੇ ਚਾਹੇ ਤੁਸੀਂ ਘਰ ਬੈਠੇ ਆ, ਪਰ ਫਿਰ ਵੀ ਜਿਹੜਾ ਤੁਸੀਂ ਲਿਖ ਕੇ ਨਾਲ ਨਾਲ ਦੱਸਦੇ ਰਹਿੰਦੇ ਨਾ, ਇਹਦੇ ਲਈ ਮੈਂ ਬਹੁਤ ਬਹੁਤ ਤੁਹਾਡਾ ਧੰਨਵਾਦੀ ਹਾਂ। ਜਿੰਨਾ ਮੈਂ ਕਰ ਰਿਹਾ ਉਹਦੇ ਨਾਲ ਵੱਧ ਤੁਸੀਂ ਕਰ ਰਹੇ ਆ। ਇਹ ਜਿਹੜੀ ਆ ਇਹ ਆਪਣੀ ਇੱਕ ਸੇਵਾ ਆ, ਤੇ ਆਪਾਂ ਕੋਸ਼ਿਸ਼ ਕਰਨੀ ਹੈ ਇਹ ਵਧੀਆ ਤਰੀਕੇ ਨਾਲ ਚੱਲੇ। ਆਪਾਂ ਉਦੋਂ ਤੱਕ ਨਹੀਂ ਪੜਾਉਣਾ ਹਟਣਾ ਜਦ ਤੱਕ ਸਾਰੇ ਜਣੇ ਆਪ ਪਾਠ ਨਹੀਂ ਕਰਨ ਲੱਗ ਪੈਂਦੇ ਪੰਜਾਬੀ ਦਾ ਗੁਰਕਾ ਸਾਹਿਬ ਲੈ ਕੇ। ਤੇ ਮੈਂ ਅੱਜ ਕਿਸੇ ਕਥਾਵਾਚਕ ਦਾ ਨਾਮ ਨਹੀਂ ਲੈਣਾ, ਮੈਂ ਸੁਣ ਰਿਹਾ ਸੀ
ਉਹ ਕਹਿੰਦਾ ਸੀ ਐਸਾ ਮਾਹੌਲ ਬਣਾ ਦਿਓ ਵੀ ਤੁਸੀਂ ਖੁਦ ਪਾਠ ਕਰਨ ਲੱਗ ਜਾਓ, ਠੀਕ ਹੈ ਨਾ। ਤੇ ਆਪਾਂ ਕੋਸ਼ਿਸ਼ ਕਰਨੀ ਆ ਇੱਥੇ ਤੱਕ ਆਪਾਂ ਲੈ ਕੇ ਜਾਵਾਂਗੇ। ਇਹ ਤੁਹਾਡਾ ਸਹਿਯੋਗ ਚਾਹੀਦਾ, ਤੁਹਾਡਾ ਸਾਰਿਆਂ ਦਾ ਚਾਹੀਦਾ। ਰਵੀ ਜੀ ਬਹੁਤ ਮਦਦ ਕਰਦੇ ਆ, ਕੁਲਵਿੰਦਰ ਜੀ ਆ, ਸਾਰੇ ਜਣੇ ਆ, ਜਿੰਨਾ ਵੀ ਆ, ਰੂਪੀ ਜੀ ਆ, ਸਾਰੇ ਮਦਦ ਕਰਦੇ ਆ। ਤੇ ਆਪਾਂ ਕੋਸ਼ਿਸ਼ ਕਰੀਏ ਜਿੰਨਾ ਵੀ ਹੋ ਸਕਦਾ ਵਧੀਆ ਤਰੀਕੇ ਨਾਲ ਚਲਾਈਏ। 92 93 ਸਹੀ ਦਿਖਦਾ ਹੈ ਜੀ, ਦਿਖਦਾ ਜੀ ਸਹੀ। 94 94 ਅੱਜ 32 ਬੰਦ ਜਗਾਣੀ ਬਾਬਾ ਡੋਲੂ ਵਾਲਾ ਭੁੱਲ ਗਿਆ। 94 95 95 96 मेरे चौक भी खत्म हो गया जी, ये भी कल ले आना जाके। 96 97 सेवन एंड नेगेटिव 98 ए एंड नेगेटिव 91 2 एंड नेगेटिव 92 3 एंड नेगेटिव 93 4 एंड नेगेटिव 94 5 एंड नेगेटिव 95 6 एंड नेगेटिव 96 7 एंड नेगेटिव 97 8 एंड नेगेटिव 98 ये तो बाद 99 ये जिहड़ा नंबर है जी 99 ना, ये साडी जिंदगी का एक बहुत अहम नंबर है। असीं 99 ते जाके डिग पई थल्ले 100 बहुत मुश्किल हुंदा जी। बस 100 की दौड़ दे विच असीं लगे 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 इत्थे आके ब्रेक ला जांदी, फिर कोई ना कोई पंगा पैंदा, डिग पैंदे आ। हुण आ देख लो लॉकडाउन, जिन्होंने 3-4 महीने पहला प्रोग्राम काम शुरू किए सी उन्होंने की इन कर दिता। फिर ये 99 इन्ना खतरनाक नंबर है। ये तो बाद जी 100 100 100 100 सिफर मेरे दिमाग च नहीं सी पहला जी, मैनू रूपी उन्होंने पिछली बार दसिया जी मैंने सिफर कहते आ, तो कुदरती दिमाग च आ गई गल सिफर हुंदा, इहनूं कहंदे आपां पंजाबी दे विच। ते अंग्रेज जिहड़े लोग आ जिद्दां रवि जी आ है ना, वो इनू ओ भी कहते हैं, 00 भी कहते आ एक है ना, ये बन गया 100। ये अपना अज 100 कंप्लीट हो गया। अगले हफ्ते आपां जिहड़ा आ वो आपां करांगे दूसरा जिहड़ा गुरबाणी के आधार ते है, जिहनूं आपां किहड़े अखर च करांगे किद्दां समझावां उहदे बारे मैं तुहानूं हुण। चलो खैर गुरबाणी वाला कहने आपां, ठीक है। ते आपां हुण आपां लाउने इत्थे, मैं लगा इहनूं साफ कर दी जे मेरा ख्याल तुसीं सारिआं लिख लिया होवे। एक मेरी बेनती है कि आज जी मैं वीडियो बनाई है ना आप गुरु घर बारे, इनू वध तो वध शेयर करो कि ताकि संगतां सारियां दे विच पहुंच जाए और गुरु घरां दे विच भी चले जाए, गुरु घरां दे जिन्ने प्रबंधक है उन्हां दे कोल भी जाए, क्योंकि ये चीज़ां अपने लिए बहुत जरूरी आ। एक मैं खास होर गल दसनी चाहुंदा कि आपां जिहड़ा ना गुरु घरां दे विच खास कर ध्यान देण दी गल हो रहा, एक उत्थे जिहड़े बाहर पटके रखे आ ना, वो भी मेरे हिसाब नाल इन्हां दिनां दे विच सानूं चक देने चाहिए आ, संगत अपने घरों लैके आवे, क्योंकि वो बार बार किसी के बदल के नाल भी वो साडी लई नुकसानदेह हो सकते हैं। खास करके निंबर्ग का एरिया जिहड़ा वो वैसे रैड जोन च आउंदा आ, उत्थे कुछ मैनूं नहीं लगदा कि आपां ये जिहड़ा पटका रखण दा उत्थे रमाला रखण दा जिहड़ा काम आ वो बहुता वधिया, क्योंकि वो बार बार भावें साफ सुथरे भी होण पर जो मैं लाता दूसरे ने बन लिया, दूसरे ने लाता तीसरे ने बन लिया और वो एक टोकरी ये पे आ, तो वो थोड़ा जिहा रिस्की हो सकते हैं। वो कोशिश आप करिए उन्होंने भी उतों चक आ रही चक्कीए, या संगत वैसे कोशिश करे कि जिन्हें भी वो चक्के जाते तो उत्थे आप उही इस्तेमाल करिए जिहड़े आप घरों अपने बन के जाओ, और वो सब तो वधिया है। तो जो तुसीं बन के गड्डी दे विच जाओगे ना तो पता भी लगूगा
कोई बंदा गुरु घर जा रहा, ठीक है ना। इस करके बहुत बड़ी गल है साडे लिए। ਅਸੀਂ अपने गुरु घर ਵੱਲ ਨੂੰ ਚਾਲੇ पाए आ ਤੇ सिर ਤੇ केसरी ਆ ਜਾਂ नीला ਜਾਂ काला जो भी आ, ਜਦੋਂ दस्तार सजी ਹੁੰਦੀ ਤਾਂ ਤੁਹਾਨੂੰ ਦੂਰੋਂ देख के अगला ਸਿੰਘ ਕਹਿੰਦਾ, ठीक है ना। मैं कल कुलविंदर उन्होंने बेटियां का देख रहा सी, वो कहंदियां सी दमाला सवेरे सजाने आ ना तो पूरा दिन दमाला सानू सजा के रखता। बड़ी मैनूं वधिया गल लगी बच्चों की, जे दमाला असीं सवेरे सजाने आ तो दमाला सानू पूरा दिन सजा के रखता। तुसीं तो एक बार सजाया, दमाले ने तुहानूं सारा दिन सजा के रखा। इस करके जो तुसीं घरों चलना, जे तुसीं घरों ही छोटी जी पग बन लो जां तुसीं दस्तार सजा लो जां तुसीं वो बन लो तो तुहाडा जिहड़े रास्ते च मिलदे उन्हां नूं पता लगदा भी तुसीं गुरु घर जा रहे हैं। इस करके ये भी अपने लिए जरूरी है। इस तो बाद आपां हुण लैंदे आ जी पंजाबी दे शब्द। की शब्द लिखिए जी आपां जिहदे विच ਹੁਣ ਆਪਾਂ ਇਹਨੂੰ ਇਹਦੇ ਵਿੱਚ 3-4 ਜਿਹੜੇ ਆ ਲਗਾ ਮਾਤਰਾ ਆਉਣੀਆਂ ਮੇਰੇ ਖਿਆਲ। ਇਹਨੂੰ ਆਪਾਂ ਕਵਿਤਾ ਲਿਖਣਾ, ਕਵਿਤਾ ਕਵਿਤਾ ਕਿੱਦਾਂ ਲਿਖਾਂਗੇ ਜੀ? ਕਵਿਤਾ ਕਿੱਦਾਂ ਲਿਖਣਾ ਹੈ? ਦੇਖੋ ਕੀ ਜੀ ਇਹਦੇ ਵਿੱਚ ਸਾਨੂੰ ਲੱਗਣਾ ਤੇ ਇਹ ਕਵਿਤਾ ਬਣਨੀ ਪੂਰੀ। ਲਿਖ ਕੇ ਦਿਖਾਓ ਜੀ। कविता, 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 का कट्टे नूं करना ही। हुण वाल बिहारी दा सारिया दसो, बाबे नूं सिहारी है रवि जी जां बिहारी आ? इदां बनूगा जी। कक्के नूं करना कविता, ठीक है जी, ठीक है। हुण इहदे विच अपने किन्ने आ गए? 1 2 3 3 अपने जिन्हों आप कह सकते हैं लगा मात्रा इहदे विच जुड़ियां, ठीक है। ये लिखा जी मैं डमरू, डमरू, डमरू की बनूगा जी? डमरू, कविता डमरू। अज सारिਆਂ ਨੂੰ बहुत बहुत ਵਧਾਈਆਂ भी जी। अज संगरांद का महीना शुरू होया साडे, जिन्हों असीं देसी महीना कहने आ। 14 जून हाड़ का महीना मेरे हिसाब नाल शुरू हो गया जी, ठीक है जी। डमरू, डड्डे ते टिप्पी मां रारे नूं 2 लैंकड़, 2 लाइनां, 2 लैंकड़। डमरू, डमरू, डमरू की हुंदा जी? रवि जी पता डमरू की हुंदा तुहानूं? डमरू की हुंदा रवि जी? डमरू, डमरू की हुंदा जी? डमरू डमरू हुंदा जी वो आम तुसीं देखिया होना ऐदां वजाउंदे हुंदे आ। साडे पिंडां दे विच आउंदे हुंदे सी, हत्थ च नाल उहदे बांदर हुंदा सी जां कई वारी ਉਹ ਐ ਵਜਾਉਂਦੇ ਹੁੰਦੇ ਸੀ, ਤਮਾਸ਼ਾ ਕਰਨ ਵਾਲੇ ਅਸੀਂ ਉਹਨਾਂ ਨੂੰ ਕਹਿੰਦੇ ਹੁੰਦੇ ਸੀ। ਉਹ ਆਮ ਤੁਸੀਂ ਦੇਖ ਸਕਦੇ ਆ ਇੱਥੇ, ਮੈਂ ਤੁਹਾਨੂੰ ਕਿਸੇ ਦਿਨ ਫੋਟੋ ਭੇਜੂ ਉਹਦੀ, ਉਹਨੂੰ ਕਹਿੰਦੇ ਸੀ ਡਮਰੂ।
ਹੁਣ ਮੈਂ ਕਿਹੜਾ ਸ਼ਬਦ ਲੱਭਿਆ ਸੀਗਾ ਜੀ, ਬੜਾ ਜ਼ਿਆਦਾ ਸ਼ਬਦ ਮੈਂ ਲੱਭਿਆ ਸੀ, ਇੱਕ ਕਿੱਧਰ ਚਲ ਗਿਆ, ਦਿਮਾਗ ਚੋਂ ਨਿਕਲ ਗਿਆ। ਚਲੋ ਧੁਰੇ। ਹੁਣ ਦੇਖੋ ਜੀ, ਮੈਂ ਲਿਖਿਆ ਦੱਦਾ ਰਾਰਾ ਰਾੜਾ ਕੱਕਾ। ਆਪਾਂ ਪਿੰਡਾਂ ਵਾਲੇ ਸਾਰੇ ਜਦੋਂ ਆਪਾਂ ਇੱਕ ਦਿਨ ਪਹਿਲਾਂ ਦੁੱਧ ਰੱਖ ਦਿੰਨੇ ਆ, ਉਹ ਕੀ ਹੁੰਦਾ, ਕਾੜਨਾ, ਉਹ ਤੋਂ ਬਾਅਦ ਦੂਜੇ ਦਿਨ ਉਹਨੂੰ ਜਦੋਂ ਰਿੜਕਦੇ ਆ ਨਾ, ਤੇ ਮੱਖਣ ਆਉਣ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਸਾਡੀਆਂ ਮਾਵਾਂ ਇੱਕ ਗਲਾਸ ਕੱਢ ਕੇ ਆਪਾਂ ਨੂੰ ਪਿਲਾ ਦਿੰਦੀਆਂ ਹੁੰਦੀਆਂ ਸੀ। ਹਾਂਜੀ ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਸਹੀ ਹੈ ਮਾਰ। ਇਹ ਆਪਾਂ ਲਿਖਣਾ ਜੀ ਦੁਰੈਕਾ। ਚੀਮਾ ਸਾਹਿਬ ਸਤਿ ਸ਼੍ਰੀ ਅਕਾਲ ਜੀ। ਦੁਰੈਕਾ, ਦੁਰੈਕਾ ਪਤਾ ਕੀ ਹੁੰਦਾ ਨਾ, ਪੇਂਡੂ ਸ਼ਬਦ ਪੰਜਾਬੀ ਦਾ ਪਿਓਰ, ਪਰ ਇਸ ਚੀਜ਼ ਦੇ ਵਿੱਚ ਜਾਨ ਇੰਨੀ ਕਹਿਣਾ। ਸਾਡੇ ਬਜ਼ੁਰਗ ਗੱਲਾਂ ਸੁਣਾਉਂਦੇ ਹੁੰਦੇ ਸੀ ਜਦੋਂ ਉਹਨਾਂ ਨੇ ਸਾਨੂੰ ਤਕੜੇ ਕਰਨਾ ਹੁੰਦਾ ਸੀ ਉਸ ਵੇਲੇ, ਔਰ ਉਸ ਵੇਲੇ ਇਸ ਚੀਜ਼ ਦਾ ਨਾਮ ਆਉਂਦਾ ਹੁੰਦਾ ਸੀ ਬਹੁਤ। ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ, ਉਹ ਭਾਵੇਂ ਉਹ ਗੱਲ ਸੱਚੀ ਸੀ ਜਾਂ ਝੂਠੀ ਸੀ, ਜਾਂ ਇੱਕ ਸਾਨੂੰ ਇਹ ਇਸ਼ਾਰਾ ਉਹਨਾਂ ਦਾ ਹੁੰਦਾ ਸੀ। ਉਹ ਕਹਿੰਦੇ ਹੁੰਦੇ ਸੀ, ਕਾਕਾ ਆ ਜਿਹੜੇ ਨਾ ਸਾਡੇ ਹੈਗੇ ਜੈਲਦਾਰਾਂ ਦੀ ਮੱਝ ਸੂਈ, ਉਹਨਾਂ ਦਾ ਮੁੰਡਾ ਧਰੜਕਾ ਪੀਂਦਾ ਹੁੰਦਾ ਸੀ, ਉਹਨੂੰ ਕੱਟਾ ਲੈ ਕੇ ਰੋਜ਼ ਪੌੜੀ ਨਾ ਕੋਠੇ ਤੇ ਚੜ ਜਾਣਾ, ਤੇ ਲੈ ਕੇ ਚੜ੍ਹਨਾ, ਮੁੰਡੇ ਤੇ ਰੱਖ ਕੇ ਨਾਲੇ ਲੈ ਕੇ ਆ ਜਾਣਾ। ਉਹ ਕੱਟਾ ਵੱਡਾ ਹੁੰਦਾ ਗਿਆ, ਵੱਡਾ ਹੁੰਦਾ ਗਿਆ। ਇਹ ਜਾਨੀ ਬਜ਼ੁਰਗ ਸਾਨੂੰ ਪਾਵਰਫੁਲ ਕਰਦੀਆਂ ਗੱਲਾਂ ਦੱਸਦੇ ਹੁੰਦੇ ਸੀ ਆਪਣੇ ਤਰੀਕੇ ਨਾਲ। ਉਹ ਕਹਿੰਦੇ ਇੱਕ ਦਿਨ ਝੋਟਾ ਬਣ ਗਿਆ, ਝੋਟਾ, ਤੇ ਉਹ ਕਹਿੰਦੇ ਹਜੇ ਵੀ ਉਹ ਮੁੰਡਾ ਜੀ ਏਡੇ ਝੋਟਾ ਮੁੰਡੇ ਤੇ ਚੱਕ ਕੇ ਲੈ ਜਾਂਦਾ ਕੋਠੇ ਤੇ। ਮਤਲਬ ਕਹਿਣ ਦਾ ਉਹਨਾਂ ਦਾ ਵੀ ਇਹ ਜਿਹੜੀਆਂ ਚੀਜ਼ਾਂ ਸਾਡੀਆਂ, ਇਹ ਸਾਡੇ ਬਜ਼ੁਰਗਾਂ ਦੇ ਤਰੀਕੇ ਸੀ ਸਾਨੂੰ ਦੱਸਣ ਦੇ ਤੇ ਸਾਨੂੰ ਖਿਲਾਉਣ ਦੇ। ਤੇ ਹੁਣ ਤਾਂ ਬਜ਼ੁਰਗ ਕਹਿੰਦੇ, ਕਾਕਾ ਉਹ ਲਾ ਪੈਗ ਸ਼ਾਮ ਹੋ ਗਈ। ਉਹੀ ਚੀਜ਼ਾਂ ਜਿਹੜੀਆਂ ਅਸੀਂ, ਇਹ ਹਜੇ ਵੀ ਜਿਹੜੇ ਬਜ਼ੁਰਗ ਦੱਸਦੇ ਆ ਨਾ, ਉਹ ਹਜੇ ਵੀ ਜਿਹੜੇ ਉਹਨਾਂ ਦੀਆਂ ਤਿਆਰ ਕੀਤੀਆਂ ਬੋਡੀਆਂ, ਉਹਨਾਂ ਦੇ ਤਿਆਰ ਕੀਤੇ ਸਰੀਰ ਆ ਜੰਗ ਮੁੰਡਿਆਂ ਦੇ, ਉਹ ਹਜੇ ਵੀ ਇੱਦਾਂ ਹੀ ਆ ਵੀ ਉਹ ਝੋਟਾ ਚੱਕ ਕੇ ਮੁੰਡੇ ਤੇ ਲਿਜਾਣ ਵਾਲੀ ਗੱਲ ਆ। ਇਹ ਬਿਲਕੁਲ ਸੱਚੀਆਂ ਗੱਲਾਂ ਆ। ਦੁਰੈਕਾ, ਦੁਰੈਕਾ। ਹੁਣ ਇਹਦੇ ਵਿੱਚ ਇੱਕ ਚੀਜ਼ ਹੋਰ ਆ, ਸਾਡੇ ਦੁਆਬੇ ਵਾਲੇ ਤੇ ਮਾਝੇ ਵਾਲੇ ਔਰ ਮਾਲਵੇ ਵਾਲੇ ਦੋ ਤਿੰਨ ਭਾਸ਼ਾ ਦੇ ਵਿੱਚ ਇਹਨੂੰ ਲਿਖ ਸਕਦੇ ਆ, ਕਿਉਂਕਿ ਮੇਰਾ ਖਿਆਲ ਹੈ ਵੀ ਮਾਝੇ ਵਾਲੇ ਨੂੰ ਦੁਰੈਕੇ ਨੂੰ ਸ਼ਾਇਦ ਕੁਝ ਹੋਰ ਤਰੀਕੇ ਨਾਲ ਬੋਲਦੇ ਆ, ਤੇ ਮੇਰਾ ਖਿਆਲ ਚੀਮਾ ਭਾਜੀ ਸਾਡੇ ਦੁਆਬੇ ਤੋਂ ਹੀ, ਇਹਨਾਂ ਨੂੰ ਪਤਾ ਹੈ ਸਾਡੇ ਦੁਰੈਕਾ ਹੀ ਕਹਿੰਦੇ ਆ ਹਨਾ। ਤੇ ਬਾਕੀ ਕਈਆਂ ਜਗ੍ਹਾ ਦੇ ਵਿੱਚ ਇਹ ਹੋ ਸਕਦਾ ਇਹਨੂੰ ਕਿਸੇ ਹੋਰ ਤਰੀਕੇ ਨਾਲ ਵੀ ਬੋਲਿਆ ਜਾਵੇ, ਪਰ ਚੀਜ਼ ਉਹੀ ਆ। ਜਦੋਂ ਅੱਧੀ ਕੱਚੀ ਲੱਸੀ ਰੜਕੀ, ਜਦੋਂ ਆਪਾਂ ਸਵੇਰ ਨੂੰ ਦੁੱਧ ਰੜਕਦੇ ਆ, ਜਿਹੜਾ ਦੁੱਧ ਇੱਕ ਦਿਨ ਪਹਿਲਾਂ ਦਾ ਕਾੜਿਆ ਹੁੰਦਾ, ਰਾਤ ਨੂੰ ਜੰਮਣ ਲਾ ਦਿੰਦੇ, ਜਾਗ ਲਾ ਦਿੰਦੇ ਆ, ਉਹ ਦੁਰੜਕਾ ਜਦੋਂ ਰਗੜਦੇ ਆ, ਉਹਦੇ ਵਿੱਚੋਂ ਮਾਵਾਂ ਸਾਡੀਆਂ ਉਸ ਟਾਈਮ, ਹੁਣ ਦਾ ਨਹੀਂ ਮੈਨੂੰ ਪਤਾ, ਹੁਣ ਤਾਂ ਮੇਰਾ ਖਿਆਲ ਨਾ ਹੀ ਰਹਿ ਗਿਆ, ਬਾਕੀ ਦਰੜਕੇ ਤਾਂ ਸ਼ਾਇਦ ਚਲੇਗਾ। ਹੁਣ ਤਾਂ ਮੈਨੂੰ ਪਤਾ ਲੱਗਾ ਕਈਆਂ ਨੇ ਕੱਪੜੇ ਧੋਣ ਵਾਲੀਆਂ ਮਸ਼ੀਨਾਂ ਰੱਖੀਆਂ, ਉਹਨਾਂ ਦੇ ਵਿੱਚ ਹੀ ਦੁੱਧ ਰੜਕ ਲੈਂਦੇ ਆ ਜੀ, ਮੱਖਣ ਚੱਕ ਲੈਂਦੇ ਆ, ਤੇ ਕਈ ਹੈ ਹੀ ਨਹੀਂ, ਮੁੱਲ ਦਾ ਕੰਮ ਸ਼ੁਰੂ ਹੋ ਗਿਆ। ਤੇ ਉਹ ਸਵੇਰੇ ਨਾ ਮਾਵਾਂ ਨੇ 4 ਵਜੇ ਉੱਠ ਕੇ ਜਦੋਂ ਦੁੱਧ ਰੜਕਣਾ, ਤੇ ਉਹਨੇ ਗਲਾਸ ਇੱਕ ਐਡਾ ਸਾਰਾ ਕੰਗਣੀ ਵਾਲਾ ਉਹਨੂੰ ਕਹਿੰਦੇ ਹੁੰਦੇ ਸੀ, ਮੈਂ ਖੁਦ ਪੀਂਦਾ ਰਿਹਾ, ਔਰ ਉਹ ਕੰਗਣੀ ਵਾਲਾ ਗਲਾਸ ਇੱਕ ਪੜਾ ਦੇਣਾ, ਤੇ ਉਹ ਫਿਰ ਦੱਸਦਾ ਹੁੰਦਾ ਸੀ ਵੀ ਮੈਂ ਅੰਦਰ ਗਿਆ ਤੇਰੇ ਭਾਈ, ਤੈਨੂੰ ਇਹਦਾ ਕੀ ਫਾਇਦਾ। ਉਹ ਉਸ ਵੇਲੇ ਸਾਨੂੰ ਪਤਾ ਲੱਗਦਾ ਸੀ, ਤੇ ਹੁਣ ਉਹ ਗੱਲਾਂ ਸ਼ਾਇਦ ਨਹੀਂ ਰਹਿ ਗਈਆਂ। ਇਹ ਉਹ ਦੁਰੈਕਾ ਜੀ, ਹੋ ਸਕਦਾ ਇਹਦੇ ਵਿੱਚ ਮਾਝੇ ਵਾਲੇ ਕੁਝ ਹੋਰ ਤਰੀਕੇ ਨਾਲ ਕਹਿੰਦੇ ਹੋਣ, ਦੁਆਬੇ ਵਾਲੇ ਅਸੀਂ ਦੁਰੈਕਾ ਇੱਦਾਂ ਹੀ ਕਹਿੰਦੇ ਆ, ਤੇ ਹੋ ਸਕਦਾ ਬਾਕੀ ਹੋਰ ਜਗ੍ਹਾ ਕਿਸੇ ਤਰੀਕੇ ਨਾਲ ਹੋਰ ਵੀ ਕਿਹਾ ਜਾਵੇ, ਕਿ ਜਿੱਦਾਂ ਅਸੀਂ ਚਾਟੀ ਕਹਿੰਦੇ ਆ, ਕਈ ਜਗ੍ਹਾ ਚਾਟੀ ਨਹੀਂ ਕਹਿੰਦੇ, ਕਈ ਜਗ੍ਹਾ ਅਸੀਂ ਕਾੜਨਾ ਕਹਿੰਦੇ ਆ, ਕਈ ਜਗ੍ਹਾ ਘੜੌਂਜੀ ਕਾਲਾ ਉਹ ਕੀ ਉਹਨੂੰ ਕਹਿੰਦੇ ਆ, ਇੱਕ ਦੋ ਇਦਾਂ ਦੇ ਨਾਮ ਹੈਗੇ ਆ ਜਿਹੜੇ ਫਰਕ ਪੈ ਜਾਂਦਾ। ਤੇ ਮੈਂ ਅੱਜ ਇਹ ਨਾਮ ਇਸ ਕਰਕੇ ਚੁਣੇ ਆ ਤਾਂ ਕਿ ਜਿਹੜਾ ਸਾਡਾ ਵਿਛੜਦੇ ਆ ਕਲਚਰ ਆ ਨਾ, ਜਿਹੜੀਆਂ ਚੀਜ਼ਾਂ ਅਸੀਂ ਛੱਡ ਰਹੇ ਆ,
ਉਹਨਾਂ ਬਾਰੇ ਵੀ ਸਾਡੇ ਜਿਹੜੇ ਆ ਜਿਨ੍ਹਾਂ ਨੂੰ ਨਹੀਂ ਪਤਾ ਇਹਨਾਂ ਚੀਜ਼ਾਂ ਦਾ, ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਵੀ ਥੋੜੀ ਥੋੜੀ ਜਾਣਕਾਰੀ ਹੋਵੇ। ਠੀਕ ਹੈ ਜੀ। ਹੁਣ ਕੀ ਹੁੰਦੀ ਹੈ ਜੀ ਘੜੌਂਜੀ। ਘੜੌਂਜੀ ਕੀ ਹੁੰਦੀ ਹੈ ਜੀ, ਪਤਾ ਕਿਸੇ ਨੂੰ? ਘੜੌਂਜੀ ਬੜਾ ਸਿੰਪਲ ਸ਼ਬਦ ਆ, ਘੜੌਂਜੀ ਕਹਿੰਦੇ ਅਸੀਂ। ਇਹ ਵੀ ਉਸੇ ਦੁੱਧ ਦੇ ਨਾਲ ਸੰਬੰਧਿਤ ਆ। ਘੜੌਂਜੀ ਕੱਦਾ, ਹੜਾੜੇ ਨੂੰ ਕਨੌੜਾ, ਜਿੱਜੇ ਨੂੰ ਘੜੌਂਜੀ। ਘੜੌਂਜੀ ਹੁੰਦੀ ਆ ਜਦੋਂ ਸਾਡੀਆਂ ਮਾਤਾਵਾਂ ਦੁੱਧ ਰਿੜਕਦੀਆਂ ਤੇ ਉਹ ਜਿਹੜੀ ਮਿੱਟੀ ਦਾ ਭਾਂਡਾ ਹੁੰਦਾ ਸੀ, ਜਿਹਨੂੰ ਅਸੀਂ ਦਦੂਰਨਾ ਵੀ ਕਹਿੰਦੇ ਸੀ ਸਾਡੇ ਤਾਂ, ਉਹ ਜਿਹਦੇ ਉੱਤੇ ਰੱਖਿਆ ਜਾਂਦਾ, ਉਹ ਥੱਲੇ ਜਿਹੜਾ 4 ਹੁੱਕਾਂ ਜਿਹਾ ਵਾਲਾ ਹੁੰਦਾ, ਉਹਨੂੰ ਘੜੌਂਜੀ ਕਹਿੰਦੇ ਆ ਅਸੀਂ। ਇਹ ਉਹ ਘੜੌਂਜੀ ਆ। ਠੀਕ ਹੈ ਜੀ। ਤੇ ਆਪਾਂ ਅਗਲੇ ਹਫ਼ਤੇ ਇਸੇ ਤਰੀਕੇ ਨਾਲ ਫੇਰ ਲਵਾਂਗੇ ਅਗਲੇ ਸ਼ਬਦ ਜਿਹੜੇ ਆ। ਤੇ ਇੱਥੇ ਅੱਜ ਆਪਾਂ ਬੱਸ ਕਰਦੇ ਨੇ, ਤਕਰੀਬਨ 1 ਘੰਟਾ ਤੁਹਾਨੂੰ ਮੇਰੇ ਨਾਲ ਸਾਰਿਆਂ ਨੂੰ ਹੋ ਗਿਆ। ਤੇ ਇਹ ਘੜੌਂਜੀ ਆ ਜੀ। ਇਹ ਜਿੱਦਾਂ ਜਿੱਦਾਂ ਮੈਂ ਹੁਣ ਗਾਂਹ ਸ਼ਬਦ ਲਊਂਗਾ, ਉਹਦੇ ਨਾਲ ਨਾਲ ਮੈਂ ਦੱਸਿਆ ਵੀ ਕਰੂੰਗਾ ਵੀ ਸਾਡੇ ਕਿੱਥੇ ਅਸੀਂ ਅੱਜ ਵਿਛੜ ਗਈਆਂ ਚੀਜ਼ਾਂ ਸਾਡੇ ਕੋਲੋਂ, ਜਿਵੇਂ ਚਰਖਾ ਆ, ਤੱਕੜਾ ਆ, ਇਹ ਚੀਜ਼ਾਂ ਆਪਾਂ ਸਾਰੀਆਂ ਲਿਖਾਂਗੇ। ਉਹਦੇ ਨਾਲ ਜਿਹੜੇ ਸਾਡੇ ਖਾਸ ਕਰਕੇ ਸਾਡੇ ਨਾਲ ਜੁੜੇ ਆ, ਉਹਨਾਂ ਨੂੰ ਜਿਨ੍ਹਾਂ ਬਾਰੇ ਨਹੀਂ ਪਤਾ ਲੱਗ ਰਿਹਾ ਇਹਨਾਂ ਗੱਲਾਂ ਦਾ, ਉਹਨਾਂ ਨੂੰ ਸਾਡੇ ਇਹਨਾਂ ਕਲਚਰ ਦੀਆਂ ਚੀਜ਼ਾਂ ਦਾ ਵੀ ਪਤਾ ਲੱਗੇ। ਅਸੀਂ ਇਹਨਾਂ ਚੀਜ਼ਾਂ ਨੂੰ ਵਿਛੋੜ ਕੇ ਨਾ ਆਪਣੇ ਆਪ ਨੂੰ ਬਹੁਤ ਸਹੀ ਪੁੱਛੋ ਗਲਤ ਪਾਸੇ ਲੈ ਗਏ ਅਸੀਂ। ਉਹਦੀ ਵਜ੍ਹਾ ਨਾਲ ਨਸ਼ਿਆਂ 'ਚ ਅਸੀਂ ਚਲੇ ਗਏ, ਜਦ ਕਿ ਸਾਡੇ ਬਜ਼ੁਰਗ ਸੀ ਜਿਹੜੇ ਉਹ ਸਾਨੂੰ ਇਹ ਵਧੀਆ ਵਧੀਆ ਖਾਣੇ ਵਾਲੀ ਚੀਜ਼ਾਂ, ਵਧੀਆ ਕੰਮ ਸਾਤੋਂ ਕਰਵਾਉਂਦੇ ਸੀ। ਅਸੀਂ ਸੌਰੜ ਸੀਗੇ। ਤੇ ਹੁਣ ਤਾਂ ਇੱਦਾਂ ਦੇ ਹਾਲਾਤ ਹੈ ਜੀ ਵੀ ਜੇ ਮੁੰਡੇ ਨੂੰ ਤੁਸੀਂ ਚੀਚੋਗੇ ਇਹਨਾਂ ਨੇ ਧੱਕਾ ਮਾਰਿਓ, ਉਹ ਇੰਨੀ ਦੂਰ ਡਿੱਗਦਾ ਤੇ ਬਸ ਰੱਬ ਹੀ ਜਾਣਦਾ। ਇਸ ਕਰਕੇ ਅੱਜ ਇੰਨਾ ਹੀ ਜੀ। ਤੇ ਬਹੁਤ ਮਿਹਰਬਾਨੀ ਤੁਹਾਡੀ। ਹਾਂਜੀ ਚਾਟੀ ਰੂਪੀ ਜੀ, ਬਿਲਕੁਲ ਚਾਟੀ ਜੀ। ਤੇ ਬਹੁਤ ਬਹੁਤ ਮਿਹਰਬਾਨੀ ਸਾਰਿਆਂ ਦੀ। ਤੁਸੀਂ ਸਾਰੇ ਜਣੇ ਨੇ ਆਪਣਾ ਟਾਈਮ ਕੱਢ ਕੇ ਅੱਜ ਹਾਜ਼ਰੀ ਭਰੀ। ਤੇ ਮੇਰੀ ਆਖਰੀ ਬੇਨਤੀ ਇੱਕ ਵਾਰੀ ਫੇਰ ਸਾਰਿਆਂ ਅੱਗੇ ਹੱਥ ਜੋੜ ਕੇ ਆ ਤੇ ਆਪਾਂ ਜਿਹੜਾ ਗੁਰੂ ਘਰਾਂ ਦਾ ਆ ਉਹ ਕਾਨੂੰਨ ਨੂੰ ਉਸ ਤਰੀਕੇ ਨਾਲ ਲੈ ਕੇ ਚੱਲੀਏ ਜਿਹੜਾ ਇੱਥੇ ਦਾ ਕਾਨੂੰਨ ਕਹਿੰਦਾ। ਤੇ ਆਪਾਂ ਰਲ ਮਿਲ ਕੇ ਸਾਰੇ ਜਣੇ ਸਾਥ ਦਈਏ। ਜ਼ਰੂਰੀ ਨਹੀਂ ਆਪਾਂ ਮੱਥਾ ਹੀ ਸਿਰਫ ਟੇਕਣਾ, ਆਪਾਂ ਜੇ ਉੱਥੇ ਇਹ ਚੀਜ਼ ਦੀ ਸੇਵਾ ਕਰ ਸਕਦੇ ਹਾਂ, ਸੰਗਤਾਂ ਨੂੰ ਕਹੀਏ ਵੀ ਤਰੀਕੇ ਨਾਲ ਇੱਦਾਂ ਅੰਦਰ ਜਾਓ ਤੇ ਉਹ ਬਹੁਤ ਵਧੀਆ। ਸਤਿ ਸ਼੍ਰੀ ਅਕਾਲ ਰਣਜੀਤ ਕੌਰ ਭੈਣ ਜੀ। ਭੈਣ ਜੀ ਤੁਸੀਂ ਵੀ ਸ਼ੇਅਰ ਕਰਿਓ, ਕਿਉਂਕਿ ਤੁਹਾਡੇ ਉੱਧਰ ਇਲਾਕੇ ਦੇ ਵਿੱਚ ਵੀ ਜਿਹੜਾ ਇਹ ਬਹੁਤ ਜ਼ਰੂਰਤ ਆ ਜਿਹੜਾ ਮੈਂ ਅੱਜ ਕੀਤਾ ਜੀ ਸਾਰਾ ਇੱਥੇ ਦੱਸਿਆ ਮੈਂ। ਤੇ ਤੁਸੀਂ ਵੀ ਉੱਧਰ ਆਪਣੇ ਸ਼ੇਅਰ ਕਰੋ ਜਿੰਨਾ ਵੱਧ ਤੋਂ ਵੱਧ ਹੋ ਸਕਦਾ, ਸਾਰਿਆਂ ਨੂੰ ਇਹ ਸਾਰਿਆਂ ਤੱਕ ਮੈਸੇਜ ਜਾਵੇ ਤੇ ਸਾਰੇ ਜਣੇ ਆਪਾਂ ਇਹ ਤਰੀਕੇ ਦੇ ਨਾਲ ਗੁਰੂ ਘਰਾਂ ਦਾ ਜਿਹੜਾ ਹੈਗਾ ਆ, ਜਿੰਨੀ ਪਾਬੰਦੀ ਵਾਲਾ ਕੰਮ ਆ ਉਹ ਉਸ ਤਰੀਕੇ ਨਾਲ ਆਪਾਂ ਚੱਲ ਲਈਏ ਤਾਂ ਕਿ ਜਿਹੜਾ ਸਾਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ। ਤੇ ਮੇਰੇ ਵੱਲੋਂ ਫੇਰ ਸਾਰਿਆਂ ਦੇ ਚਰਨਾਂ ਵਿੱਚ ਸੀਸ ਝੁਕਾ ਕੇ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।